ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਹੈ ਕਰਫਿਊ ਦਾ ਮਾਹੌਲ ਸੀ, ਜਿਸ ਨੂੰ ਕਿ ਹੁਣ ਹਟਾ ਦਿੱਤਾ ਗਿਆ। ਪਰ ਪੰਜਾਬ ਦੇ ਵਿੱਚ ਹਾਲੇ ਵੀ ਲੋਕਡਾਊਨ ਦੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ। 31 ਮਈ ਤੱਕ ਇਹ ਸਥਿਤੀ ਜਿਹੜੀ ਹੈ ਉਹ ਜਾਰੀ ਰਹੇਗੀ। ਜੇਕਰ ਗੱਲ ਕਰੀਏ ਇਸ ਕਰਫਿਊ ਦੇ ਦੌਰਾਨ, ਜਿਹੜਾ ਪੰਜਾਬ ਦੀ ਬਹੁਤ ਸਾਰੇ ਇੰਸਟੀਟਿਊਸ਼ਨਸ ਐਸੇ ਸਨ, ਬਹੁਤ ਸਾਰੇ ਕਾਲਜਸ ਐਸੇ ਸਨ ਜਿਨ੍ਹਾਂ ਨੂੰ ਬਹੁਤ ਸਾਰਾ ਨੁਕਸਾਨ ਫੇਸ ਕਰਨਾ ਪਿਆ। ਫਿਰ ਭਾਵੇਂ ਉਹ ਇਕੋਨੋਮਿਕਲ ਨੁਕਸਾਨ ਹੋਵੇ ਜਾਂ ਫਿਰ ਹੋਵੇ ਬੱਚਿਆਂ ਦੀ ਸਟੱਡੀ ਦਾ ਨੁਕਸਾਨ, ਕਿਤੇ ਨਾ ਕਿਤੇ ਇਹ ਇੰਸਟੀਟਿਊਸ਼ਨਸ ਜਾਂ ਇਹਨਾਂ 'ਚ ਪੜ੍ਹਨ ਵਾਲੇ ਸਟੂਡੈਂਟਸ ਇਫੈਕਟ ਹੋਏ ਨੇ। ਤੇ ਅੱਜ ਇਸ ਬਾਰੇ 'ਚ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ MD ਆਫ ਹਿਸ ਅਕੈਡਮੀ ਡਾਕਟਰ ਆਸ਼ੀਸ਼ ਸਰੀਨ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਨੁਕਸਾਨ ਨੇ ਪਿਛਲੇ ਜਿਹੜੇ 2 ਮਹੀਨੇ ਤੋਂ ਹੁਣ ਹੋਣ ਨੂੰ ਆਏ ਨੇ ਲੋਕਡਾਊਨ ਦੇ ਵਿੱਚ ਜਾਂ ਕਰਫਿਊ ਦੇ ਵਿੱਚ ਅਕੈਡਮੀਜ਼ ਨੇ ਜਾਂ ਫਿਰ ਸਟੂਡੈਂਟਸ ਨੇ ਝੱਲੇ ਨੇ। ਆਓ ਅਸੀਂ ਗੱਲਬਾਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਰੀਨ ਤੁਹਾਡਾ ਦੈਨਿਕ ਸਵੇਰਾ TV ਦੇ ਉੱਤੇ ਜੀ। ਥੈਂਕ ਯੂ ਜੀ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹੀ ਹੈ ਕਿ ਬਹੁਤ ਸਾਰੇ ਇੰਸਟੀਟਿਊਸ਼ਨਸ, ਜੇ ਪਰਟੀਕੂਲਰ ਤੁਹਾਡੇ ਇੰਸਟੀਟਿਊਸ਼ਨ ਦੀ ਵੀ ਗੱਲ ਕਰੀਏ, ਤੁਹਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਖਾਸ ਕਰਕੇ ਕੰਪੀਟੀਟਿਵ ਐਗਜ਼ਾਮਸ ਦੀ ਜਿਹੜੀ ਉਹ ਪ੍ਰੈਪਰੇਸ਼ਨ ਕਰਨ ਆਉਂਦੇ, ਫਿਰ ਭਾਵੇਂ ਉਹ IIT ਲੈਵਲ ਦੇ ਹੋਣ ਜਾਂ ਨਾਨ ਮੈਡੀਕਲ ਲੈਵਲ ਦੇ ਹੋਣ, ਉਹਨਾਂ ਦੀ ਪ੍ਰੈਪਰੇਸ਼ਨ ਕਰਨ ਆਉਂਦੇ ਨੇ। ਤੁਹਾਨੂੰ ਕੀ ਲੱਗਦਾ ਜਿਹੜਾ ਲੋਕਡਾਊਨ ਜਾਂ ਪਿੱਛੇ ਜਿਹੜਾ ਪੂਰਾ ਕਰਫਿਊ ਪੰਜਾਬ ਦੇ ਵਿੱਚ ਰਿਹਾ, ਖਾਸ ਕਰਕੇ ਇਸ ਦਾ ਜਿਹੜਾ ਨੁਕਸਾਨ ਉਹ ਕਿਸ ਤਰੀਕੇ ਨਾਲ ਅਕੈਡਮੀ ਨੂੰ ਤੇ ਸਟੂਡੈਂਟਸ ਨੂੰ ਹੋਇਆ? ਦੇਖਿए, ਸਭ ਤੋਂ ਪਹਿਲਾਂ ਇਹ ਹੈ ਕਿ ਜਿਸ ਵਕਤ ਲਾਕਡਾਊਨ ਦੀ ਅਨਾਉਂਸਮੈਂਟ ਹੋਈ ਹੈ, ਉਸ ਵਕਤ ਰਾਉਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 22 ਮਾਰਚ ਨੂੰ ਜਨਤਾ ਕਰਫਿਊ ਜਿਹੜਾ ਹੈ ਉਹ ਲਗਾਇਆ ਗਿਆ ਸੀਗਾ। ਔਰ ਉਸ ਵਕਤ ਜੋ ਹੈ ਐਗਜ਼ਾਮੀਨੇਸ਼ਨ, ਫਾਈਨਲ ਐਗਜ਼ਾਮੀਨੇਸ਼ਨ ਚੱਲ ਰਹੇ ਸੀਗੇ। ਤਾਂ ਲਗਭਗ ਤੁਸੀਂ ਦੇਖੋ CBSE ਦੇ ਵੀ, ਪੰਜਾਬ ਬੋਰਡ ਦੇ ਵੀ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਇੰਡੀਆ ਦੇ ਵਿੱਚ ਵੀ ਬੱਚਿਆਂ ਦੇ ਕੁਝ ਪੇਪਰ ਜਿਹੜੇ ਆ ਉਹ ਪੈਂਡਿੰਗ ਸੀਗੇ। ਜਿੱਦਾਂ ਪੰਜਾਬ ਬੋਰਡ ਦੇ ਸਾਡੇ 3 ਪੇਪਰ ਪੈਂਡਿੰਗ ਸੀਗੇ। ਔਰ ਉਸ ਤੋਂ ਬਾਅਦ ਪੰਜਾਬ ਬੋਰਡ ਦੇ ਪ੍ਰੈਕਟੀਕਲਸ ਸੀਗੇ ਇਨ ਦਾ ਮੰਥ ਆਫ ਅਪ੍ਰੈਲ। ਔਰ ਲੇਕਿਨ ਇੱਕਦਮ ਇਹ ਸਾਰਾ ਕੁਝ ਅਨਾਉਂਸ ਹੋਣ ਦੇ ਨਾਲ ਬੱਚਾ ਜਿਹੜਾ ਕਨਫਿਊਜ਼ਨ ਦੇ ਵਿੱਚ ਚਲਾ ਗਿਆ। ਔਰ ਜਦੋਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਪਤਾ 31 ਤੱਕ ਕੀਤਾ ਗਿਆ। ਮੈਂ ਇਹ ਸਮਝਦਾ ਹਾਂ ਕਿ ਗਵਰਨਮੈਂਟ ਨੇ ਇਹ ਪਾਲਿਸੀ ਇਸ ਤਰ੍ਹਾਂ ਚਲਾਈ ਆ ਕਿ ਲੋਕਾਂ ਨੂੰ, ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸਾਨੂੰ ਇਹ ਲੰਬਾ ਜਾਣਾ ਪਏਗਾ 2 ਤੋਂ 3 ਮੰਥਸ ਵਾਸਤੇ, ਲੇਕਿਨ ਇਹਨਾਂ ਨੇ 10-10 ਦਿਨ ਕਰਕੇ ਅਨਾਉਂਸ ਕੀਤਾ। 10 ਦਿਨ, ਫਿਰ ਤੁਹਾਨੂੰ ਪਤਾ ਹੈ 21 ਦਿਨ, 14 ਦਿਨ ਇਸ ਤਰ੍ਹਾਂ ਅਨਾਉਂਸ ਕੀਤਾ। ਉਹ ਠੀਕ ਹੈ, ਉਹ ਆਪਣੀ ਜਗ੍ਹਾ ਠੀਕ ਸੀਗੇ, ਲੇਕਿਨ ਉਹਦੇ 'ਚ ਬੱਚੇ ਔਰ ਅਕੈਡਮੀਜ਼ ਔਰ ਸਕੂਲਸ ਇਸ ਕਨਫਿਊਜ਼ਨ 'ਚ ਰਹਿ ਗਏ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਜਿਹੜੀ ਆ ਉਹ ਠੀਕ ਹੋ ਜਾਏ। ਤਾਂ ਇਸ ਕਰਕੇ ਕਾਫੀ ਸਮਾਂ ਤਾਂ ਇਸ ਇੰਤਜ਼ਾਰ 'ਚ ਹੀ ਬਿਤਾ ਦਿੱਤਾ ਗਿਆ ਕਿ ਕਦੋਂ ਗਵਰਨਮੈਂਟ ਜਿਹੜੀ ਹੈ ਅਨਾਉਂਸਮੈਂਟ ਕਰੇਗੀ ਕਿ ਤੁਸੀਂ ਇਹਨੂੰ ਰੀਓਪਨ ਕਰ ਸਕੋ। ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਡਿਲੇ ਹੋ ਗਿਆ। ਔਰ ਬੱਚੇ ਜਿਹੜੇ ਆ ਉਹ ਇਸ ਚੀਜ਼ ਦਾ ਇੰਤਜ਼ਾਰ ਕਰਦੇ ਰਹੇ ਕਿ ਸਭ ਤੋਂ ਪਹਿਲਾਂ ਤਾਂ ਦੇਖੋ, ਅਗਰ ਕਹਿੰਦੇ ਨਾ ਕਿ ਨੈਕਸਟ ਤਾਂ ਹੀ ਸ਼ੁਰੂ ਹੋਏਗਾ ਨਾ ਜੇ ਪਿਛਲਾ ਕੰਪਲੀਟ ਹੋਇਆ ਹੋਏਗਾ। ਤੋ ਅਪ ਟੂ +1 ਉਹ ਇੱਕ ਐਜੂਕੇਸ਼ਨ ਸਿਸਟਮ ਨੂੰ ਫੋਲੋ ਕਰ ਰਹੇ ਆ, ਜਿਹਦੇ ਅੰਦਰ ਕਿ ਪਹਿਲਾਂ ਤਾਂ ਫਾਈਨਲ ਐਗਜ਼ਾਮਸ ਹੁੰਦੇ ਆ, ਫਿਰ ਹੀ ਨੈਕਸਟ ਵਾਸਤੇ ਉਹ ਪ੍ਰੈਪਰੇਸ਼ਨ ਕਰਦੇ ਆ। ਤੋ ਫਾਈਨਲ ਐਗਜ਼ਾਮ ਹੀ ਨਹੀਂ ਹੋਏ। ਤੇ ਇਸ ਕਰਕੇ ਬੱਚੇ ਜਿਹੜੇ ਸੀ ਇਸ ਕਨਫਿਊਜ਼ਨ 'ਚ ਸੀਗੇ ਕਿ ਆਪਾਂ ਜਿਹੜੇ ਆ ਉਹ ਪਹਿਲਾਂ ਫਾਈਨਲ ਐਗਜ਼ਾਮਸ ਕੰਪਲੀਟ ਕਰੀਏ। ਤੋ ਫਾਈਨਲ ਐਗਜ਼ਾਮਸ ਤਾਂ ਹਜੇ ਡੇਟ ਸ਼ੀਟਸ ਅਨਾਉਂਸ ਹੋ ਰਹੀਆਂ ਔਰ ਜੁਲਾਈ ਦੇ ਵਿੱਚ ਉਹ ਅਨਾਉਂਸ ਕੀਤਾ ਹੈ ਉਹਨਾਂ ਨੇ। ਹਾਂਜੀ, ਤੋ ਵੇਟ ਐਂਡ ਵਾਚ 'ਚ ਹੀ ਸਾਰਾ ਟਾਈਮ ਨਿਕਲ ਗਿਆ। ਜਿੱਦਾਂ ਕਿ ਤੁਸੀਂ ਉਹਨਾਂ ਨਾਲ ਗੱਲ ਕੀਤੀ ਕਿ ਜਿਹੜੇ ਐਗਜ਼ਾਮਸ ਹਾਲੇ ਫਾਈਨਲ ਹੋਣੇ ਨੇ, ਹਾਲਾਂਕਿ ਜਿਹੜੇ ਬਾਕੀ ਬੋਰਡਸ ਦੀਆਂ ਕਲਾਸਿਸ ਸੀ 8th 5th ਐਂਡ 10th, ਉਹਨਾਂ ਦੇ ਪ੍ਰੀਵੀਅਸ ਐਗਜ਼ਾਮੀਨੇਸ਼ਨ ਜਿਹੜੇ ਪ੍ਰੀ ਬੋਰਡਸ ਹੋਏ ਸੀ ਉਹਨਾਂ ਦੇ ਬੇਸ ਉੱਤੇ ਨੂੰ ਪਾਸ ਕਰ ਦਿੱਤਾ ਗਿਆ। ਤੇ ਹੁਣ ਜਿਹੜੇ 12ਵੀਂ ਦੇ ਐਗਜ਼ਾਮਸ ਨੇ ਉਹ ਹੱਲੇ ਹੋਣੇ ਬਾਕੀ ਨੇ, ਭਾਵੇਂ ਉਹ CBSE ਬੋਰਡ ਹੈ ਜਾਂ ਫਿਰ ਪੰਜਾਬ ਬੋਰਡ ਹੈ। ਤੁਹਾਨੂੰ ਕੀ ਲੱਗਦਾ ਹੁਣ ਬੱਚਿਆਂ ਨੂੰ ਜਿਹੜਾ ਹੈ ਇਹਨੂੰ ਪ੍ਰਿਪੇਅਰ ਕਰਦਿਆਂ ਟਾਈਮ ਲੱਗੇਗਾ, ਜਾਂ ਫਿਰ ਇਹਨਾਂ ਬੱਚਿਆਂ ਨੇ ਇਹਨਾਂ ਛੁੱਟੀਆਂ ਦੇ ਦੌਰਾਨ ਜਿਹੜੀਆਂ ਛੁੱਟੀਆਂ ਉਹਨਾਂ ਨੂੰ ਸਕੂਲ ਤੋਂ ਲੋਕਡਾਊਨ ਦੀ ਵਜ੍ਹਾ ਨਾਲ ਹੋ ਗਈਆਂ ਜਾਂ ਕਰਫਿਊ ਦੀ ਵਜ੍ਹਾ ਨਾਲ ਹੋ ਗਈਆਂ, ਉਹਦੇ 'ਚ ਇਹਨਾਂ ਨੇ ਪ੍ਰਿਪਰੇਸ਼ਨ ਕੀਤੀ ਹੋਏਗੀ? ਤੇ ਨਾਲ ਹੀ ਨਾਲ ਹੁਣ ਕੰਪੀਟੀਟਿਵ ਐਗਜ਼ਾਮਸ ਵੀ ਆਉਣ ਵਾਲੇ ਸਨ, ਉਹਨਾਂ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਪ੍ਰਿਪਰੇਸ਼ਨ 'ਚ ਫਰਕ ਪਿਆ ਹੋਏਗਾ? ਦੇਖੋ, ਸਟੂਡੈਂਟਸ ਜਿਹੜਾ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹਨੂੰ ਅਸੀਂ ਕਹਿੰਦੇ ਬਾਲਪਨ ਹੁੰਦਾ ਆ, ਠੀਕ ਹੈ ਜੀ। ਬੱਚਾ ਜਿਹੜਾ ਹੈ ਉਹਨੂੰ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ। ਗਾਈਡਸ ਜਿਹੜੇ ਸੀਗੇ ਆ ਉਹ ਵੀ ਲੋਕਡਾਊਨ 'ਚ ਸੀਗੇ। ਘਰ ਦੇ ਵਿੱਚ ਬੱਚੇ ਜਿਹੜੇ ਹੈ ਉਹ ਹੈਬਚੁਅਲ ਨਹੀਂ ਹੈ ਪੜ੍ਹਨ ਦੇ, ਉਹ ਹੈਬਚੁਅਲ ਹੈਗੇ ਆ ਜਿੱਦਾਂ ਮੰਦਰ ਜਾਵਾਂਗੇ ਤਾਂ ਸਾਡਾ ਪਰਮਾਤਮਾ ਵੱਲ ਧਿਆਨ ਜਾਂਦਾ ਹੈ, ਤਾਂ ਇਸੇ ਤਰ੍ਹਾਂ ਜਦੋਂ ਅਕੈਡਮੀ 'ਚ ਆਉਂਦੇ ਉਹਨਾਂ ਨੂੰ ਸਟੱਡੀ ਵੱਲ ਧਿਆਨ ਜਾਂਦਾ। ਅਸੀਂ ਇੱਥੇ ਲਾਇਬ੍ਰੇਰੀ ਬਣਾਈ ਹੋਈ ਆ। ਬੱਚੇ ਸਵੇਰੇ 6 ਵਜੇ ਆ ਜਾਂਦੇ ਸੀ, ਰਾਤੀ 10 ਵਜੇ ਜਾਂਦੇ ਸੀਗੇ। ਔਰ ਇੱਕ ਮਾਹੌਲ ਸੀਗਾ, ਟੀਚਰ ਦੀ ਗਾਈਡੈਂਸ ਸੀਗੀ, ਸਾਰਾ ਕੁਝ ਸੀਗਾ, ਲੇਕਿਨ ਉਹ ਸਾਰਾ ਟੁੱਟ ਗਿਆ। ਬੱਚਾ ਘਰ ਬੈਠ ਗਿਆ, ਉਹਨੂੰ ਪਤਾ ਨਹੀਂ ਹੈ ਕੁਝ। ਤਾਂ ਇਹਦੇ ਕੇਸ ਦੇ ਵਿੱਚ ਉਹਨੇ ਟਾਈਮ ਜ਼ਿਆਦਾ ਵੇਸਟ ਕੀਤਾ।
ਤੁਹਾਨੂੰ ਪਤਾ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਹੋ ਸਕਦਾ ਕਿ ਕੁਝ 5% ਬੱਚਿਆਂ ਨੇ ਤਿਆਰੀ ਕੀਤੀ ਹੋਵੇ, ਪਰ 95% ਬੱਚਿਆਂ ਨੇ ਜੋ ਹੈ ਉਹ ਲੋਕਡਾਊਨ ਦੇ ਵਿੱਚ ਜਿਹੜਾ ਹੈ ਟਾਈਮ ਨੂੰ ਵੇਸਟ ਹੀ ਕੀਤਾ ਹੈ, ਇੰਤਜ਼ਾਰ ਕੀਤਾ। ਗਵਰਨਮੈਂਟ ਨੇ, ਮੈਂ ਇੱਥੇ ਕਹਿ ਸਕਾਂਗਾ ਕਿ ਥੋੜ੍ਹਾ ਜਿਹਾ ਅਗਰ ਗਵਰਨਮੈਂਟ ਡਿਸੀਜ਼ਨਸ 'ਚ ਫਰਮ ਰਹਿੰਦੀ ਕਿ ਉਹ ਡਿਸੀਜ਼ਨਸ ਜੋ ਉਹਨਾਂ ਨੇ ਦਿੱਤੇ ਗਏ ਆ, ਹੁਣ ਉਹਨਾਂ ਨੇ ਕਿਹਾ ਜੇ ਹੁਣ ਜੁਲਾਈ ਦੇ ਵਿੱਚ ਹੋਏਗਾ, ਇਹ ਡਿਸੀਜ਼ਨਸ ਸਟਾਰਟਿੰਗ 'ਚ ਦੇਣੇ ਚਾਹੀਦੇ ਸੀਗੇ, ਸੋ ਦੈਟ ਕਿ ਉਸ ਹਿਸਾਬ ਦੇ ਨਾਲ ਅਸੀਂ ਉਹਨਾਂ ਵਾਸਤੇ ਕੋਈ ਨਾ ਕੋਈ ਫਰੇਮਵਰਕ ਕਰ ਦਿੰਦੇ, ਬੱਚਿਆਂ ਦੇ ਮਾਈਂਡ ਦਾ ਫਰੇਮਵਰਕ ਹੋ ਜਾਂਦਾ, ਇਹ ਸਾਰਾ ਕੁਝ ਹੋ ਜਾਂਦਾ। ਲੇਕਿਨ ਇੰਨਾ ਲੇਟ ਕੀਤਾ ਗਿਆ ਕਿ ਹਰ ਵਾਰ ਇੱਕ ਆਸ ਜਿਹੀ ਜਗਾ ਦਿੰਦੀ ਸੀ ਕਿ ਹੁਣ 14 ਦਿਨ ਬਾਅਦ ਖੁੱਲ੍ਹ ਜਾਏਗਾ, ਤਾਂ ਉਹਦੇ 'ਚ ਟਾਈਮ ਜ਼ਿਆਦਾ ਵੇਸਟ ਹੋ ਗਿਆ। ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਬਹੁਤ ਸਾਰੇ ਅਕੈਡਮੀਜ਼, ਤੁਹਾਡੀ ਵੀ ਅਕੈਡਮੀ ਖਾਸ ਕਰਕੇ, ਵੀ ਹੈਵ ਗੋਟ ਟੂ ਨੋ ਕਿ ਆਨਲਾਈਨ ਸਟੱਡੀਜ਼ ਦੇ ਉੱਤੇ ਵੀ ਕਾਫੀ ਜ਼ੋਰ ਦਿੱਤਾ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਆਨਲਾਈਨ ਸਟੱਡੀਜ਼ ਦੀ ਜਿਹੜੀ ਫੈਸਿਲਿਟੀਜ਼ ਸਾਡੇ ਪੰਜਾਬ ਦੇ ਵਿੱਚ, ਸਾਡੇ ਭਾਰਤ ਦੇਸ਼ ਦੇ ਵਿੱਚ ਮੌਜੂਦ ਨੇ, ਉਹ ਹਾਲੇ ਇੰਨੀਆਂ ਸਾਊਂਡ ਜਾਂ ਇੰਨੀਆਂ ਖਰੀਆਂ ਨਹੀਂ ਹੈਗੀਆਂ ਕਿ ਬੱਚਿਆਂ ਨੂੰ ਆਨਲਾਈਨ ਸਟੱਡੀ ਦਾ ਜਿਹੜਾ ਮੋਡਿਊਲ ਆ ਉਹ ਚੱਜ ਨਾਲ ਦਿੱਤਾ ਜਾਵੇ? ਹਾਲਾਂਕਿ ਮੰਨਿਆ ਜਾਂਦਾ ਕਿ ਜਿਹੜੀ ਇੰਟਰਨੈਸ਼ਨਲ ਸਟੱਡੀਜ਼ ਨੇ, ਬਾਹਰਲੇ ਮੁਲਕਾਂ ਦੀ ਜਿਹੜੀ ਸਟੱਡੀ ਆਨਲਾਈਨ ਹੁੰਦੀ ਆ, ਪਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਆਪਾਂ ਗੱਲ ਕਰੀਏ, ਹਾਲਾਂਕਿ ਉਹ ਉਸ ਲੈਵਲ ਤੱਕ ਦੇ ਇੰਟਰਨੈਟ ਕਨੈਕਸ਼ਨਸ ਜਾਂ ਉਸ ਲੈਵਲ ਤੱਕ ਦੀ ਟੈਕਨੋਲੋਜੀ ਨਹੀਂ ਪਹੁੰਚ ਪਾਈ ਹੈ। ਤੁਹਾਨੂੰ ਕੀ ਲੱਗਦਾ ਕਿ ਜੇ ਆਨਲਾਈਨ ਸਟੱਡੀਜ਼ ਹੋਣ ਤੋਂ ਬਾਵਜੂਦ ਵੀ ਬੱਚਿਆਂ ਨੂੰ ਕਿਤੇ ਨੁਕਸਾਨ ਹੋਇਆ ਜਾਂ ਇਸ ਚੀਜ਼ ਦਾ ਫਾਇਦਾ ਹੋਇਆ? ਦੇਖੋ, ਆਨਲਾਈਨ ਜਿਹੜੀ ਸਟੱਡੀ ਹੈ ਉਹਦੇ ਵਾਸਤੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਅਸੀਂ ਇੱਕ ਪਰਟੀਕੂਲਰ ਐਜੂਕੇਸ਼ਨ ਸਿਸਟਮ ਨੂੰ ਫੋਲੋ ਕਰਦੇ ਹਾਂ ਫਰੋਮ ਦਾ ਬਿਗਨਿੰਗ, ਬਰਥ ਟਾਈਮ ਤੋਂ ਹੀ। 2.25 ਸਾਲ ਦਾ ਬੱਚਾ ਜਿਹੜਾ ਹੈ ਪ੍ਰੀ ਸਕੂਲ 'ਚ ਚਲਾ ਜਾਂਦਾ ਹੈ। ਆਨਲਾਈਨ ਲਈ ਅਸੀਂ ਵੀ ਆਰ ਨਾਟ ਹੈਬਚੁਅਲ ਫॉर ਆਨਲਾਈਨ ਕਲਾਸਿਸ। ਫਸਟ ਆਫ ਆਲ, ਆਨਲਾਈਨ ਕਨਸੈਪਟ ਜਿਹੜਾ ਹੈ ਇਹ ਵੱਡੇ ਜਿਹੜੇ ਬ੍ਰਾਂਡਸ ਨੇ ਇਹਨਾਂ ਨੇ ਸਟਾਰਟ ਕੀਤਾ ਸੀ, ਜਿਨ੍ਹਾਂ ਨੇ ਮਤਲਬ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਜਿਹੜਾ ਹੈ ਉਹ ਪਹੁੰਚ ਕਰ ਸਕੀਏ। ਲੇਕਿਨ ਇਹਦੇ ਹਰ ਇੱਕ ਚੀਜ਼ ਦੇ ਅਗਰ ਕੋਈ ਬਿਲਡਿੰਗ ਖੜੀ ਕਰਨੀ ਹੈ ਤਾਂ ਸਾਨੂੰ ਪਤਾ ਹੈ ਕਿ ਉਹਦੇ ਨੀਚੇ ਜ਼ਮੀਨ ਜਿਹੜੀ ਹੈ, ਤੁਸੀਂ ਰੇਤ ਦੇ ਵਿੱਚ ਬਿਲਡਿੰਗ ਨਹੀਂ ਖੜੀ ਕਰ ਸਕਦੇ, ਉੱਥੇ ਜ਼ਮੀਨ ਵੀ ਸੋਲਿਡ ਹੋਣੀ ਚਾਹੀਦੀ ਆ। ਸੋਲਿਡ ਜ਼ਮੀਨ ਆਨਲਾਈਨ ਦੀ ਕੀ ਹੈ? ਸੋਲਿਡ ਜ਼ਮੀਨ ਹੈਗੀ ਆ ਕਿ ਨੈਟਵਰਕ ਫੈਸਿਲਿਟੀ, ਤੁਹਾਡੀ ਜਿਹੜਾ ਨੈਟਵਰਕ ਹੈ ਉਹ ਬੜਾ ਸਟਰੋਂਗ ਹੋਣਾ ਚਾਹੀਦਾ, ਨੈਟ ਫੈਸਿਲਿਟੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ। ਸਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਨੈਟਵਰਕ ਜਿਹੜਾ ਜਾ ਰਿਹਾ ਹੈ, ਸਾਡਾ ਨੈਟ ਫੈਸਿਲਿਟੀ ਹੈ, ਉਹਦੀ ਜਿਹੜੀ ਸਪੀਡ ਹੈ, ਠੀਕ ਹੈ, ਔਰ ਕੰਪਨੀਜ਼ ਵੀ ਜਿਹੜੀਆਂ ਸਪੀਡ ਆਫਰ ਕਰ ਰਹੀਆਂ ਜਿਸ ਪ੍ਰਾਈਸ ਦੇ ਉੱਤੇ ਕਰ ਰਹੀਆਂ। ਹੁਣ 1.5 GB ਡਾਟਾ ਅਗਰ ਕੋਈ ਕੰਪਨੀ ਦੇ ਰਹੀ ਹੈ ਤਾਂ ਉਹਦੇ 'ਚ 50% ਡਾਟਾ ਹੀ ਹਾਈ ਸਪੀਡ ਹੈ, 50% ਲੋ ਸਪੀਡ ਹੈ। ਤਾਂ 750 MB ਦੇ ਕਰੀਬ ਇੱਕ ਬੱਚੇ ਨੂੰ ਹਾਈ ਸਪੀਡ ਡਾਟਾ ਮਿਲ ਰਿਹਾ ਹੈ। ਅਗਰ ਉਹਨੂੰ 300, 350, 400 MB ਦੀ ਇੱਕ ਵੀਡੀਓ ਭੇਜੀ ਜਾਏਗੀ ਤਾਂ ਇੱਦਾਂ ਅਗਰ ਇੱਕ ਬੱਚੇ ਨੂੰ 5 ਵੀਡੀਓਜ਼ ਡੇਲੀ ਚਾਹੀਦੀਆਂ ਹੁੰਦੀਆਂ ਆ ਆਪਣੇ ਸਬਜੈਕਟਸ ਨੂੰ ਲੈ ਕੇ, ਤਾਂ ਉਹਦੇ ਲਈ ਉਹਨੂੰ ਅਰਾਊਂਡ ਤੁਸੀਂ ਲਗਾ ਲਓ ਕਿ ਅਗਰ 400 GB ਨੂੰ 2000 MB ਜਿਹੜਾ ਹੈ ਉਹ ਡਾਟਾ ਚਾਹੀਦਾ ਹੈ ਹਾਈ ਸਪੀਡ। ਲੇਕਿਨ ਉਹ ਕੋਲ ਤਾਂ 750 MB ਹੈ, ਤਾਂ ਉਹਦੀ ਵੀਡੀਓਜ਼ ਬਫਰਿੰਗ ਕਰਦੀਆਂ ਹੈ, ਉਹ ਚੱਲਦੀਆਂ ਨਹੀਂ ਹੈ। ਸਾਡੇ ਕੋਲ ਨੈਟਵਰਕ ਫੈਸਿਲਿਟੀ ਨਹੀਂ ਹੈ। ਉਸ ਤੋਂ ਬਾਅਦ ਕੀ ਆ ਕਿ ਜਿੱਦਾਂ ਕਿ ਆਨਲਾਈਨ ਕਲਾਸਿਸ, ਅਸੀਂ ਜ਼ੂਮ ਵਗੈਰਾ ਅਸੀਂ ਕਹਿੰਦੇ ਨਾ ਕਿ ਅੱਜ ਜ਼ੂਮ ਦੇ ਉੱਤੇ ਆਨਲਾਈਨ ਕਲਾਸਿਸ ਦੇ ਦਿਓ। ਔਰ ਮੈਂ ਇੱਕ ਲੇਟੈਸਟ ਇੰਸੀਡੈਂਟ ਨਾਲ ਡਿਸਕਸ ਕਰਦਾ, ਉਹਦੇ 'ਚ ਕੀ ਹੈ ਕਿ ਇੱਕ ਬਾਏ ਚਾਂਸ ਹੈ ਜਾਂ ਕਹਿ ਲਓ ਕਿ ਇੱਕ ਇਲੈਕਟ੍ਰੀਸਿਟੀ ਕੱਟ ਲੱਗਣੇ ਸ਼ੁਰੂ ਹੋ ਗਏ, ਰਾਈਟ। ਉਹਦੇ ਵਿੱਚ ਕੀ ਹੋ ਗਿਆ ਆ ਕਿ ਬੱਚਾ ਜਿਹੜਾ ਹੈ, ਸਾਰਿਆਂ ਕੋਲ ਦੇਖੋ ਘਰਾਂ ਦੇ ਵਿੱਚ ਜਨਰੇਟਰ ਫੈਸਿਲਿਟੀ ਨਹੀਂ ਹੈ, ਸਾਰਿਆਂ ਕੋਲ ਜਿਹੜਾ ਉਹ ਨਹੀਂ ਹੈ, ਔਰ ਵਾਈਫਾਈ ਦੇ ਉੱਤੇ ਹੀ ਜ਼ੂਮ ਜਿਹੜਾ ਅੱਛੀ ਤਰ੍ਹਾਂ ਚੱਲਦਾ, ਜ਼ਿਆਦਾ ਚੱਲਦਾ, ਜਿਹਦੇ 'ਚ ਬਫਰਿੰਗ ਨਹੀਂ ਹੋ ਰਹੀ। ਔਰ ਉਹਦੇ 'ਚ ਕੀ ਹੋ ਗਿਆ ਆ ਕਿ ਲਾਈਟ ਦਾ ਕੱਟ ਨੋਰਮਲੀ 11 ਵਜੇ ਲਗਾ ਰਹੇ ਆ, ਰਾਈਟ। ਇੱਕ ਜ਼ੂਮ ਦੀ ਕਲਾਸ ਚੱਲ ਰਹੀ ਆ, ਅਗਰ ਕੋਈ ਬੰਦਾ 1 ਘੰਟੇ ਦੀ ਕਲਾਸ ਲਗਾ ਰਿਹਾ ਆ, ਠੀਕ ਹੈ ਜੀ, ਉਹਨੇ 9 ਤੋਂ 10 ਲਗਾਈ, 10 ਤੋਂ 11 ਵਾਲੀ ਕਲਾਸ ਲਈ, ਹੁਣ 11 ਤੋਂ 12 ਵਾਲੀ ਕਲਾਸ ਵੀ ਉਹਨੇ ਲਗਾਉਣੀ ਸੀ, ਲੇਕਿਨ ਲਾਈਟ ਹੀ ਚਲੀ ਗਈ। ਹੁਣ ਬੱਚੇ ਕਹਿ ਰਹੇ ਲਾਈਟ ਚਲੀ ਗਈ, ਅਲੱਗ-ਅਲੱਗ ਕੱਟ ਲੱਗ ਰਹੇ ਆ। ਅਗਰ ਗਵਰਨਮੈਂਟ ਨੇ, ਜੋ ਸਾਡੀ ਡਿਮਾਂਡ ਇਹ ਹੈ ਕਿ ਅਗਰ ਜਿੱਦਾਂ ਉਹਨਾਂ ਨੇ ਕਿਹਾ ਆਨਲਾਈਨ ਕਲਾਸਿਸ ਲਗਾਓ, ਤਾਂ ਆਨਲਾਈਨ ਕਲਾਸਿਸ ਵਾਸਤੇ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਹੈ ਉਹ ਤਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਇਲੈਕਟ੍ਰੀਸਿਟੀ ਹੀ ਪੂਰੇ ਪੰਜਾਬ 'ਚ, ਮੈਂ ਕਹਿੰਦਾ ਹਾਂ 9 ਤੋਂ ਲੈ ਕੇ 2 ਵਜੇ ਤੱਕ ਇੱਕ ਵੀ ਸਿੰਗਲ ਕੱਟ ਇਲੈਕਟ੍ਰੀਸਿਟੀ ਦਾ ਇੱਕ ਪਿੰਡ 'ਚ ਵੀ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਕੀ ਹੈ ਕਿ ਉਹ ਵਾਲਾ ਬੱਚਾ ਵੀ ਆਨਲਾਈਨ ਪੜ੍ਹ ਰਿਹਾ ਹੋਏਗਾ, ਉਹਦੇ ਕੋਲ ਤਾਂ ਫੈਸਿਲਿਟੀ ਨਹੀਂ ਹੈ ਕਿ ਉਹ ਜਾ ਕੇ ਬਾਹਰ ਜਾ ਕੇ ਜਨਰੇਟਰ ਔਨ ਕਰ ਲੈ, ਰਾਈਟ। ਤੋ ਦੂਸਰੀ ਚੀਜ਼, ਨੈਟ ਦੀ ਸਪੀਡ। ਇਹਨਾਂ ਨੂੰ ਫਟਾਫਟ ਕੰਪਨੀਜ਼ ਨੂੰ ਬੁਲਾ ਕੇ ਕਹਿਣਾ ਚਾਹੀਦਾ ਸੀ ਵੀ ਜੋ ਵੀ ਤੁਸੀਂ ਪੈਕੇਜ ਦੇ ਰਹੇ ਹੋ ਉਹਦੇ ਅੰਦਰ ਤੁਸੀਂ GB ਇਨਕਰੀਜ਼ ਕਰਕੇ ਦਿਓ। ਜਦ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਦੇਖੋ ਇਹ ਟਾਈਮ ਆ, ਪਸ਼ੂ ਪਕਸ਼ੀਆਂ ਨੇ ਸਾਡੀ ਹੈਲਪ ਲਈ ਨਹੀਂ ਆਉਣਾ, ਸਾਨੂੰ ਇਨਸਾਨਾਂ ਨੇ ਇਨਸਾਨਾਂ ਦੀ ਹੈਲਪ ਕਰਨੀ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਕੰਪਨੀਜ਼ ਨੂੰ ਬੁਲਾ ਕੇ ਫਟਾਫਟ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਸਾਹਿਬ ਤੁਸੀਂ ਸਿੰਪਲ ਪੈਕੇਜਿਸ ਦੇ ਵਿੱਚ ਬੱਚਿਆਂ ਨੂੰ ਹਾਈ ਸਪੀਡ ਦੇ ਦਿਓ,
ਸੋ that ਕਿ ਆਨਲਾਈਨ ਕਲਾਸਿਸ ਬੱਚੇ ਲਗਾ ਸਕਣ। ਹੁਣ ਬੱਚਿਆਂ ਨੂੰ ਕੀ ਆ ਕਿ ਬੱਚੇ ਉਸ ਪੈਕੇਜ 'ਚ ਉਹਨਾਂ ਦੇ ਆਨਲਾਈਨ ਕਲਾਸਿਸ ਨਹੀਂ ਲੱਗਦੀ, ਉਹਨਾਂ ਨੂੰ ਹਾਈ ਪੈਕੇਜਿਸ 'ਚ ਜਾਣਾ ਪੈ ਰਿਹਾ, ਹਾਈ ਨੈਟਵਰਕ ਸਪੀਡ ਚਾਹੀਦੀ ਆ, ਉਹ ਵੀ ਪ੍ਰੋਪਰਲੀ ਨਹੀਂ ਮਿਲ ਰਹੀ, ਲਾਈਟ ਫੈਸਿਲਿਟੀ ਪ੍ਰੋਪਰਲੀ ਨਹੀਂ ਮਿਲ ਰਹੀ। ਆਨਲਾਈਨ ਕਲਾਸਿਸ ਲਈ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਹੈ ਉਹ ਪੂਰੀਆਂ ਨਾ ਹੋਣ ਕਰਕੇ ਇਹ ਜਿਹੜੀਆਂ ਕਲਾਸਿਸ ਹੈ ਇਹ ਇੰਨੀਆਂ ਫਰੂਟਫੁਲ ਨਹੀਂ ਹੋ ਪਾ ਰਹੀਆਂ। ਜੇਕਰ ਗੱਲ ਕਰੀਏ ਡਾਕਟਰ ਸਾਹਿਬ, ਬਹੁਤ ਸਾਰੀ ਅਕੈਡਮੀਜ਼, ਕਿਉਂਕਿ ਦੇਖੋ ਸਿੱਧੀ ਗੱਲ ਹੈ, ਇਸ ਲੋਕਡਾਊਨ ਦਾ ਅਸਰ ਕਿਤੇ ਨਾ ਕਿਤੇ ਜਿਹੜੇ ਮਿਡਲ ਕਲਾਸ ਲੋਕ ਨੇ ਖਾਸ ਕਰਕੇ ਉਹਨਾਂ ਤੇ ਬਹੁਤ ਜ਼ਿਆਦਾ ਪਿਆ। ਜਿਹੜੇ ਤੁਹਾਡੇ ਅੰਡਰ ਤੁਹਾਡੀ ਅਕੈਡਮੀ 'ਚ ਵੀ ਕੰਮ ਕਰਦੇ ਹੋਣਗੇ ਜਾਂ ਹੋਰ ਵੀ ਬਹੁਤ ਥਾਵਾਂ 'ਤੇ ਕੰਮ ਕਰਦੇ ਹੋਣਗੇ, ਉਹ ਜ਼ਿਆਦਾਤਰ ਮਿਡਲ ਕਲਾਸ ਤਬਕਾ ਹੀ ਹੈ। ਜਿੱਥੇ ਤੱਕ ਆਪਾਂ ਗੱਲ ਕਰੀਏ, ਬਹੁਤ ਸਾਰੇ ਇੰਸਟੀਟਿਊਸ਼ਨਸ ਅਜਿਹੇ ਵੀ ਸਨ ਜਿਨ੍ਹਾਂ ਨੇ ਮਾਰਚ ਦੀਆਂ ਸੈਲਰੀਜ਼ ਜਿਹੜੀਆਂ ਨੇ ਉਹ ਲਗਭਗ ਸਾਰੇ ਟੀਚਰਸ ਜਾਂ ਜਿੰਨੇ ਵੀ ਉਹਨਾਂ ਦਾ ਸਟਾਫ ਸੀ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀਆਂ। ਜੇਕਰ ਆਪਾਂ ਗੱਲ ਕਰੀਏ ਅਪ੍ਰੈਲ ਦੀ ਸੈਲਰੀ ਦੀ, ਅਪ੍ਰੈਲ ਦੇ ਵਿੱਚ ਕੋਈ ਐਡਮਿਸ਼ਨਸ ਨਹੀਂ ਹੋਈਆਂ, ਕੋਈ ਫੀਸ ਸਟਰਕਚਰ ਕਿਸੇ ਨੂੰ ਨਹੀਂ ਮਿਲ ਪਾਇਆ, ਜਿਸ ਦੇ ਚੱਲਦਿਆਂ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਇੰਸਟੀਟਿਊਸ਼ਨਸ ਅਜਿਹੀਆਂ ਸਨ ਜਿਨ੍ਹਾਂ ਨੇ ਆਪਣੇ ਟੀਚਰਸ ਨੂੰ ਸੈਲਰੀਜ਼ ਦੇਣ 'ਚ ਜਾਂ ਅੱਧੀਆਂ ਦਿੱਤੀਆਂ ਜਾਂ ਫਿਰ ਉਹ ਦੇ ਵੀ ਨਹੀਂ ਪਾਏ। ਤੁਹਾਨੂੰ ਕੀ ਲੱਗਦਾ ਇਹ ਚੀਜ਼ ਜਿਹੜੀ ਹੈ ਉਹ ਜਿਹੜੇ ਟੀਚਰਸ ਆਨਲਾਈਨ ਪੜ੍ਹਾਉਂਦੇ ਪਏ ਨੇ ਉਹਨਾਂ ਦੇ ਮਨੋਬਲ ਨੂੰ ਕਿਤੇ ਨਾ ਕਿਤੇ ਹਰਟ ਕਰਦੀਆਂ ਹੋਣਗੀਆਂ? ਦੇਖੋ ਟੀਚਰ ਜਿਹੜਾ ਨਾ ਉਹ ਨੇਸ਼ਨ ਬਿਲਡਰ ਹੁੰਦਾ, ਔਰ ਕੁਛ ਲੋਕ ਐਸੇ ਹੈ ਸੋਸਾਇਟੀ ਦੇ ਜਿਹੜੇ ਡੋਲਦੇ ਨਹੀਂ, ਉਹਨਾਂ 'ਚ ਟੀਚਰ ਵੀ ਹੈ। ਟੀਚਰ ਆਪਣੀ ਡਿਊਟੀ ਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ ਹੈ, ਲੇਕਿਨ ਨੈਚੁਰਲ ਹੈ ਕਿ ਅਸਰ ਤਾਂ ਹੈ, ਲੇਕਿਨ ਉਹ ਅਸਰ ਆਪਣੇ ਸਟੂਡੈਂਟਸ ਦੇ ਉੱਤੇ ਨਹੀਂ ਆਉਣ ਦਿੰਦਾ। ਸਾਰੇ ਟੀਚਰਸ ਜਿਹੜੇ ਹੈ ਉਹ ਪੂਰੀ ਡੈਡੀਕੇਸ਼ਨ ਦੇ ਨਾਲ ਜਿਹੜਾ ਹੈ ਲੱਗੇ ਹੋਏ ਨੇ, ਜਿੰਨਾ ਵੀ ਕਿਸੇ 'ਚ ਜ਼ੋਰ ਹੈ। ਲੇਕਿਨ ਅਸੀਂ ਕਿੱਥੇ ਹਾਰਦੇ ਹਾਂ? ਅਸੀਂ ਹਾਰਦੇ ਹਾਂ ਜਿੱਥੇ ਜਾ ਕੇ ਸਾਡਾ ਜਿਹੜਾ ਇੱਕ ਦੇਖੋ ਇੱਕ ਆਫਲਾਈਨ ਲੈਕਚਰ ਹੈ, ਟੀਚਰ ਨੇ ਜਾਣਾ ਹੈ ਕਲਾਸ ਦੇ ਵਿੱਚ ਜੋ ਹੈ ਆਪਣਾ ਬੋਰਡ ਦੇ ਉੱਤੇ ਪੜ੍ਹਾ ਦੇਣਾ ਹੈ, ਬੱਚੇ ਬੈਠੇ ਹੈ, ਇੱਕ ਸਿਸਟਮ ਇਹ ਸੀਗਾ ਜਿਹਦੇ 'ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਸੀ। ਹੁਣ ਟੀਚਰ ਦੇ ਅੱਗੇ ਸਟੂਡੈਂਟ ਨਹੀਂ ਹੈ, ਟੀਚਰ ਆਨਲਾਈਨ ਕਲਾਸਿਸ ਦੇ ਰਿਹਾ ਹੈ, ਸਟੂਡੈਂਟ ਕੋਈ ਬੈਠਾ ਨਹੀਂ ਹੋਇਆ, ਔਰ ਸਟੂਡੈਂਟ ਜੋ ਹੈ ਜੋ ਬੈਠੇ ਵੀ ਹੈ ਉਹ ਨੀਚੇ ਪ੍ਰੋਬਲਮਸ ਜ਼ਿਆਦਾ ਲਿਖ ਰਹੇ ਆ ਕਿ ਸਰ ਆਡੀਓ ਨਹੀਂ ਆ ਰਹੀ, ਵੀਡੀਓ ਨਹੀਂ ਆ ਰਹੀ, ਸਾਡੇ ਨੈਟਵਰਕ ਪ੍ਰੋਬਲਮ ਕਰਕੇ ਸਾਡੇ ਆ ਰਿਹਾ ਨੈਟਵਰਕ ਬਿਰਥ ਇਜ਼ ਲੋ। ਮਤਲਬ ਬੱਚੇ ਇੱਦਾਂ ਦੇ ਨੀਚੇ ਕੁਐਸਚਨ ਲਿਖੇ, ਇੰਸਟੈਡ ਕਿੱਥੇ ਕਲਾਸ ਦੇ ਵਿੱਚ ਉਹਨਾਂ ਨੇ ਕੁਐਸਚਨ ਪੁੱਛਣੇ ਸੀ ਰਿਲੇਟਿਡ ਟੂ ਦਾ ਟੌਪਿਕ, ਉਹ ਰਿਲੇਟਿਡ ਟੂ ਦਾ ਇਸ਼ੂਜ਼ ਪੁੱਛ ਰਿਹਾ ਹੈ ਕਿ ਜੋ ਉਹਨੂੰ ਇਸ਼ੂਜ਼ ਆ ਰਹੇ ਆ। ਤੋ ਉਹਦੇ 'ਚ ਕੀ ਹੈ, ਟੀਚਰ ਤਾਂ ਆਪਣੇ ਵੱਲੋਂ ਬਹੁਤ ਮਿਹਨਤ ਕਰ ਰਹੇ ਆ, ਔਰ ਬਾਕੀ ਰਹੀ ਗੱਲ ਇਹ ਹੈ ਕਿ ਪੇਟ ਸਾਰਿਆਂ ਨੂੰ ਲੱਗਾ ਹੋਇਆ ਜੀ, ਠੀਕ ਹੈ ਜੀ। ਦਿੱਕਤ ਪਰੇਸ਼ਾਨੀ ਤਾਂ ਹੈ, ਹੁਣ ਮਾਰਕੀਟ ਦੇ ਵਿੱਚ ਪੈਸਾ ਹੈ ਨਹੀਂ, ਔਰ ਐਡਮਿਸ਼ਨਸ ਦੇ ਦਿਨ ਹੈ। ਸਾਨੂੰ ਗਵਰਨਮੈਂਟ ਨੇ ਜਿੱਦਾਂ ਕਿਹਾ ਹੋਇਆ ਕਿ ਤੁਸੀਂ ਫੀ ਨਹੀਂ ਚਾਰਜ ਕਰ ਸਕਦੇ, ਹੈ ਨਾ, ਪੇਰੈਂਟਸ ਤੋਂ ਅਸੀਂ ਫੀ ਨਹੀਂ ਮੰਗ ਸਕਦੇ। ਪੇਰੈਂਟਸ ਨੂੰ ਵੀ ਕਿਹਾ ਹੈ, ਦੇਖੋ ਇਸ ਤਰ੍ਹਾਂ ਹੈ ਕਿ ਸਾਈਕਲ ਤਾਂ ਜਿਹੜਾ ਹੈ ਇੱਕ ਦੂਜੇ ਦਾ ਹੱਥ ਫੜ ਕੇ ਹੀ ਕੰਪਲੀਟ ਹੋਣਾ ਹੈ, ਰਾਈਟ। ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਲੈਣ, ਔਰ ਜੋ ਦੇ ਸਕਦੇ ਆ, ਜੋ ਪੇਇੰਗ ਕਪੈਸਿਟੀ ਦੇ ਹੈ, ਔਰ ਜੋ ਮਿਨੀਮਮ ਕੁਝ ਵੀ ਕਰ ਸਕਦੇ ਆ ਪੇ, ਉਹਦੇ ਨਾਲ ਜਿਹੜਾ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਿਸਟਮ ਜਿਹੜਾ ਹੈ ਉਹ ਚੱਲਣਾ ਤਾਂ ਇਸੇ ਤਰ੍ਹਾਂ ਹੈ। ਸਾਡੇ ਕੋਲ ਜਿਹੜਾ ਹੈ ਅੱਗੇ ਪਾਣੀ ਪਿਲਾਉਣ ਵਾਲੇ ਪੀਣ ਤੋਂ ਲੈ ਕੇ, ਠੀਕ ਹੈ, ਹਾਈਲੀ ਕੁਆਲੀਫਾਈਡ ਚੰਡੀਗੜ੍ਹ ਤੋਂ ਵੀ ਫੈਸਿਲਿਟੀ ਆਉਂਦੀ ਹੈ। ਤਾਂ ਉਹ ਸਾਰੇ ਦੇ ਸਾਰੇ ਅਗਰ ਤੁਸੀਂ ਫੈਸਿਲਿਟੀ ਆਨਲਾਈਨ ਲੈਣੀ ਹੈ ਤਾਂ ਨੈਚੁਰਲ ਹੈ ਤੁਹਾਨੂੰ ਪੇ ਵੀ ਕਰਨਾ ਪਏਗਾ। ਹੁਣ ਆਨਲਾਈਨ ਦੀ ਗੱਲ ਮੈਂ ਤੁਹਾਨੂੰ ਕਰਾਂ, ਆਨਲਾਈਨ ਜਿਹੜੀ ਹੈ, ਜਿਹੜੀਆਂ ਆਨਲਾਈਨ ਸਪੇਸ ਹੈ ਇਸ ਵਕਤ ਜੋ 1 ਟੈਰਾਬਾਈਟ ਸਪੇਸ ਦਾ ਕਰੀਬ 1,92,000 ਕੋਸਟਿੰਗ ਹੈ। ਤਾਂ ਇਹ ਚੀਜ਼ਾਂ ਗਵਰਨਮੈਂਟ ਅੰਡਰਸਟੈਂਡ ਕਰੇ ਕਿ ਭਾਈ ਸਾਹਿਬ ਆਨਲਾਈਨ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਖਰਚਾ ਹੈ, ਰਾਈਟ। ਔਰ ਨੈਟ ਦੇ ਬਿੱਲ ਹੈ, ਇਹ ਕਿ ਆਨਲਾਈਨ ਦਾ ਮਤਲਬ ਇਹ ਨਹੀਂ ਹੈ ਕਿ ਫ੍ਰੀ ਹੋ ਗਿਆ, ਆਨਲਾਈਨ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੇ ਜੋ ਹੈ ਖਰਚਾ ਨਹੀਂ ਕਰਨਾ ਹੈ। ਔਰ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਹੈ, ਅਸੀਂ ਅਗਰ ਇੱਕ ਦਿਨ ਬੱਚੇ ਦਾ ਸੇਵ ਕਰ ਰਹੇ ਹਾਂ ਕਿ ਉਹਦਾ ਬੱਚਾ ਜਿਹੜਾ ਹੈ ਉਹ ਟਾਈਮਲੀ ਜਿਹੜਾ ਹੈ ਆਪਣੇ ਸਬਜੈਕਟ ਨੂੰ ਤਿਆਰ ਕਰ ਸਕੇ। ਬੜਾ ਆਸਾਨ ਹੈ ਕਹਿ ਦੇਣਾ ਕਿ ਠੀਕ ਹੈ ਜੀ, ਕਿਉਂਕਿ ਸਾਰਾ ਲੋਕਡਾਊਨ ਦੇ ਵਿੱਚ ਆ, ਇਸ ਕਰਕੇ ਅਸੀਂ ਵੀ ਲੋਕਡਾਊਨ ਦੇ ਵਿੱਚ। ਇਟ ਇਜ਼ ਵੈਰੀ ਈਜ਼ੀ ਟੂ ਸੇ ਬਟ ਇਟ ਇਜ਼ ਵੈਰੀ ਡਿਫੀਕਲਟ ਕਿ ਅਸੀਂ ਔਨ ਆ, ਠੀਕ ਹੈ ਜੀ। ਲੋਕਡਾਊਨ ਹੈ, ਦੁਨੀਆ ਬੰਦ ਹੈ, ਲੇਕਿਨ ਟੀਚਿੰਗ ਔਨ ਹੈ, ਰਾਈਟ। ਔਰ ਇਸ ਕਰਕੇ ਮੈਂ ਤਾਂ ਸਾਰਿਆਂ ਅੱਗੇ ਔਰ ਪੇਰੈਂਟਸ ਅੱਗੇ ਵੀ ਅਪੀਲ ਕਰਾਂਗਾ ਕਿ ਠੀਕ ਹੈ, ਸਾਰੇ ਅਸੀਂ ਇਨਸਾਨ ਹਾਂ, ਅਸੀਂ ਇੱਕ ਦੂਜੇ ਦੀ ਮਜਬੂਰੀ ਸਮਝਦੇ ਹਾਂ। ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜਿਹੜਾ ਹੈ ਕੋਈ ਨਾਜਾਇਜ਼ ਡਿਮਾਂਡ ਕਰ ਰਹੇ ਹਾਂ। ਅਸੀਂ ਸਾਡੇ ਕੋਲ ਜਿਹੜੀ ਡਿਮਾਂਡ ਕਰ ਰਹੇ ਹਾਂ ਉਹਦੇ ਨਾਲ ਤੁਹਾਡੇ ਹੀ ਬੱਚੇ ਦਾ ਸਾਈਕਲ ਚੱਲਦਾ ਹੈ, ਠੀਕ ਹੈ। ਉਸ ਸਾਈਕਲ ਨੂੰ ਤੁਸੀਂ ਆਪ ਨਾ ਤੋੜੋ, ਰਾਈਟ। ਹਾਂ, ਜਿੱਥੇ ਸਾਨੂੰ ਪਤਾ ਹੈ ਜੈਨੂਅਨ ਕੇਸ ਹੈ, ਉੱਥੇ ਅਸੀਂ ਸਾਰੇ ਮੋਢੇ ਨਾਲ ਮੋਢਾ ਲਾ ਕੇ ਇਸ ਲੋਕਡਾਊਨ 'ਚ ਸਾਰਿਆਂ ਦੇ ਨਾਲ ਖੜੇ ਹਾਂ।
ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਜਿਹੜਾ ਹੁਣ ਜਿਹੜਾ ਟਾਈਮ ਹੈਗਾ ਬੇਸਿਕਲੀ ਇਹ ਟਾਈਮ ਹੁੰਦਾ ਕਿ ਇਹਦੇ 'ਚ ਬੱਚਿਆਂ ਦੇ ਰਿਜ਼ਲਟ ਆ ਜਾਂਦੇ ਨੇ, ਬੱਚੇ ਆਪਣਾ ਅਗਲਾ ਕਰੀਅਰ ਜਿਹੜਾ ਹੈ ਉਹ ਸਿਲੈਕਟ ਕਰਦੇ ਨੇ। ਜੇ ਕਾਲਜ ਦੇ ਬੱਚੇ ਹੋਣਗੇ ਤੇ ਉਹ ਆਪਣੀ ਜੌਬਸ ਵੱਲ ਨੂੰ ਜਾਂਦੇ ਨੇ, ਜੇ ਸਕੂਲ ਦੇ ਬੱਚੇ ਹੋਣਗੇ ਉਹ ਕਾਲਜ ਸਿਲੈਕਸ਼ਨ ਵੱਲ ਨੂੰ ਜਾਂਦੇ ਨੇ। ਤੁਹਾਡਾ ਜਿਹੜਾ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ, ਕਿਉਂਕਿ ਤੁਹਾਡੇ ਜਿਹੜੇ ਪੜ੍ਹਾਏ ਹੋਏ ਕੰਪੀਟੀਟਿਵ ਕੋਰਸਿਸ ਹੁੰਦੇ ਨੇ, ਉਹਨਾਂ ਨੂੰ ਪੜ੍ਹਨ ਤੋਂ ਬਾਅਦ ਹੀ ਉਹ IIT ਜਾਂ JEE ਮੇਨਸ ਜਾਂ ਇੱਦਾਂ ਦੇ ਜਿਹੜੇ ਐਗਜ਼ਾਮਸ ਨੇ ਉਹਨਾਂ ਨੂੰ ਪਾਰ ਕਰਕੇ ਉਹ ਕਾਲਜ ਸਿਲੈਕਸ਼ਨ ਕਰਦੇ ਨੇ। ਤੁਹਾਨੂੰ ਕੀ ਲੱਗਦਾ ਹੈ ਜਿਹੜਾ ਹੁਣ ਇਹ ਟਾਈਮ ਵਿੱਚ ਬੀਤ ਗਿਆ, ਇਹ ਕਿਸੇ ਨਾ ਕਿਸੇ ਤਰੀਕੇ ਬੱਚਿਆਂ ਦੇ ਅਗਲੇ ਆਉਣ ਵਾਲੇ ਕਰੀਅਰ ਦੇ ਵਿੱਚ ਜਾਂ ਕੋਰਸਿਸ ਸਿਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਅਸਰ ਪਾ ਸਕਦੇ ਨੇ? ਦੇਖੋ, ਕੜੀ ਦੀਆਂ ਸੂਈਆਂ ਇੱਕ ਵਾਰੀ ਅੱਗੇ ਚੱਲ ਗਈਆਂ ਨਾ ਜੀ, ਇਹ ਵਾਪਸ ਕਦੇ ਨਹੀਂ ਆਉਣੀਆਂ। ਹੁਣ ਜਿਹੜਾ ਟਾਈਮ ਵੇਸਟ ਹੋ ਗਿਆ ਨਾ ਜੀ, ਉਹ ਹੋ ਗਿਆ। ਉਹਦਾ ਨੁਕਸਾਨ ਤਾਂ ਸਟੂਡੈਂਟਸ ਨੂੰ ਉਠਾਉਣਾ ਹੀ ਪਏਗਾ, ਸਭ ਨੂੰ ਉਠਾਉਣਾ ਪਏਗਾ ਜੋ ਵੀ ਐਜੂਕੇਸ਼ਨ ਨਾਲ ਰਿਲੇਟਡ ਲੋਕ ਨੇ। ਤੋ ਸਟੂਡੈਂਟਸ ਦਾ ਨੁਕਸਾਨ ਇਸ ਕਰਕੇ ਜ਼ਿਆਦਾ ਹੋ ਗਿਆ ਕਿ ਇੱਕ ਬ੍ਰੇਨ ਦੀ ਫ੍ਰੀਕੁਐਂਸੀ ਹੁੰਦੀ ਹੈ ਜੀ, ਜਿਹਨੂੰ ਬਣਾਉਣਾ ਪੈਂਦਾ ਹੈ, ਸਾਲਾਂ ਲੱਗ ਜਾਂਦੇ ਨੇ। ਅਸੀਂ ਇੱਕ ਫੋਕਸ ਬਣਾਇਆ ਹੋਇਆ ਸੀਗਾ, ਬ੍ਰੇਨ ਨੂੰ ਫੋਕਸ ਕੀਤਾ, ਕੌਨਸਨਟਰੇਟ ਕੀਤਾ ਹੋਇਆ ਸੀ, ਬੱਚਿਆਂ ਦਾ ਫਰੇਮ ਬਣਾਇਆ ਹੋਇਆ ਸੀਗਾ ਕਿ ਤੁਸੀਂ ਇਸ ਤੋਂ ਬਾਹਰ ਨਹੀਂ ਜਾਣਾ। ਇੱਕ ਟਾਈਮ ਟੇਬਲ ਬਣ ਚੁੱਕਾ ਸੀ, ਅੱਛੇ ਬੱਚਿਆਂ ਦਾ 10 ਤੋਂ 12 ਘੰਟੇ ਦਾ ਟਾਈਮ ਟੇਬਲ ਬਣ ਚੁੱਕਾ ਸੀਗਾ, ਨਾਰਮਲ ਬੱਚਿਆਂ ਦਾ ਵੀ 6 ਤੋਂ 8 ਘੰਟੇ ਦਾ ਬਣ ਚੁੱਕਾ ਸੀ। ਉਹ ਸਾਰਾ ਕੁਝ ਡਿਸਟਰੋਏ ਹੋ ਗਿਆ ਇਹਦੇ ਨਾਲ। ਹੁਣ ਕੀ ਹੈ ਕਿ ਬੱਚਾ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਤਾਂ ਉਹਨੇ ਕਾਫੀ ਦਿਨ ਵੇਸਟ ਕਰ ਲਿਆ, ਵਾਪਸ ਪਟਰੀ ਤੇ ਆਉਂਦੇ ਆਉਂਦੇ ਬੱਚੇ ਨੂੰ ਟਾਈਮ ਲੱਗੇਗਾ। ਔਰ ਸੈਕਿੰਡ ਥਿੰਗ ਇਜ਼ ਕਿ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਪੇਪਰ ਨਹੀਂ ਹੋਣਗੇ, ਫਿਰ ਇਹਨਾਂ ਨੇ ਕਿਹਾ ਪੇਪਰ ਹੋਣਗੇ, ਹੁਣ ਪੇਪਰ ਅਨਾਉਂਸ ਕਰ ਦਿੱਤੇ। ਦੇਖੋ, +1 ਦਾ 10th ਦੇ ਬੱਚੇ ਨੇ +1 'ਚ ਐਡਮਿਸ਼ਨ ਲੈ ਕੇ +1 ਦੀਆਂ ਆਨਲਾਈਨ ਕਲਾਸਿਸ ਸ਼ੁਰੂ ਕਰ ਲੈਣੀਆਂ ਸੀਗੀਆਂ, ਕੁਛ ਨੇ ਕਰ ਵੀ ਲਈਆਂ, ਲੇਕਿਨ ਅਚਾਨਕ 10th ਦੇ ਪੇਪਰ ਅਨਾਉਂਸ ਕਰ ਦਿੱਤੇ ਇਹਨਾਂ ਨੇ ਕਿ ਹੁਣ 10th ਦੇ ਪੇਪਰ ਹੋਣਗੇ। ਤਾਂ ਸਕੂਲਸ ਨੇ ਕੀ ਕੀਤਾ, 10th ਦੇ ਸਾਰੇ ਬੱਚਿਆਂ ਨੂੰ ਅਪਰੋਚ ਕਰਕੇ ਉਹਨਾਂ ਨੂੰ 10th ਦੇ ਐਗਜ਼ਾਮੀਨੇਸ਼ਨ ਦੀ ਤਿਆਰੀ ਵਾਸਤੇ, ਠੀਕ ਹੈ ਜੀ, ਵਾਪਸ ਸਕੂਲ ਦੀਆਂ ਆਨਲਾਈਨ ਕਲਾਸਿਸ ਸਟਾਰਟ ਕਰਵਾ ਲਈਆਂ। ਹੁਣ ਕੀ ਹੈ ਕਿ ਬੱਚਾ ਹੋ ਗਿਆ ਡਾਲੀਮਾ ਦੇ ਵਿੱਚ, ਹੋ ਗਿਆ ਕਨਫਿਊਜ਼ ਹੋ ਗਿਆ। +1 ਸੇਮ ਡੇ ਉਹਦੀ +1 ਦੀਆਂ ਵੀ ਵੀਡੀਓਜ਼ ਆ ਰਹੀਆਂ, ਸੇਮ ਡੇ ਉਹਦੀਆਂ 10th ਦੀਆਂ ਵੀ ਵੀਡੀਓਜ਼ ਆ ਰਹੀਆਂ। ਹੁਣ ਨੈਚੁਰਲ ਆ ਕਿ ਬਾਏ ਨੇਚਰ ਉਹ 10th ਨੂੰ ਹੀ ਪ੍ਰੈਫਰ ਕਰੇਗਾ, ਠੀਕ ਹੈ ਜੀ। ਤੋ ਲੇਕਿਨ ਉਹਦਾ ਜਿਹੜਾ ਪਾਈਲਅਪ ਹੋ ਰਿਹਾ ਕੰਮ, ਅਗਰ ਡੇਲੀ ਦੀਆਂ 5 ਵੀਡੀਓਜ਼ ਵੀ ਹੈ ਤਾਂ ਜੁਲਾਈ ਤੱਕ ਜਾਂਦੇ ਜਾਂਦੇ ਉਹਦੀ 150 ਵੀਡੀਓਜ਼ ਇਕੱਠੀਆਂ ਹੋ ਜਾਣੀਆਂ। ਉਹ ਕਿੱਦਾਂ ਮੈਨੇਜ ਕਰੇਗਾ, ਇਹ ਅੱਜ ਦਾ ਕੁਐਸਚਨ ਹੈ। ਉਹ ਕਿੱਦਾਂ ਮੈਨੇਜ ਕਰੇਗਾ? ਆਨਲਾਈਨ ਕਲਾਸਿਸ ਤਾਂ ਦੇ ਹੀ ਜਾ ਰਹੇ ਸਾਰੇ, ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਇੱਕ ਵੇ ਆਊਟ ਇਹੀ ਹੈ ਕਿ ਤੁਸੀਂ ਸਿਲੇਬਸ ਨੂੰ ਕੱਟ ਸ਼ਾਰਟ ਕਰੋ। ਅਗਰ ਉਹ ਸਿਲੇਬਸ ਨੂੰ ਗਵਰਨਮੈਂਟ ਕੱਟ ਸ਼ਾਰਟ ਕਰਦੀ ਹੈ, ਇਨ ਦੈਟ ਕੇਸ ਹੀ ਇਸ ਦਾ ਕੋਈ ਜਿਹੜਾ ਹੈ ਟਾਈਮ ਟੇਬਲ ਦੀ ਕੋਈ ਮੈਨੇਜਮੈਂਟ ਹੋ ਸਕਦੀ ਆ। ਅਗਰ ਸਿਲੇਬਸ ਵੀ ਉਹਨਾਂ ਰੱਖਿਆ ਤਾਂ ਬੱਚੇ ਵਾਸਤੇ ਆਉਣ ਵਾਲੇ 6-7 ਮਹੀਨਿਆਂ ਦੇ ਵਿੱਚ 12 ਮਹੀਨੇ ਦਾ ਕੰਮ ਕਰਨਾ ਮੇਰੇ ਵਾਸਤੇ ਟੀਡੀਐਸ ਜੌਬ ਹੋਏਗਾ, ਕਿਉਂਕਿ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੁਝ ਬੱਚੇ ਹੋ ਸਕਦਾ ਕਰ ਵੀ ਲੈਣ, ਪਰ ਮੈਜੋਰਟੀ ਆਫ ਦਾ ਬੱਚੇ ਇਹ ਨਹੀਂ ਕਰ ਪਾਉਣਗੇ ਔਰ ਉਹਨਾਂ ਤੇ ਉੱਤੇ ਸਟ੍ਰੈਸ ਆਏਗਾ, ਔਰ ਸਟ੍ਰੈਸ ਆਉਣ ਦੇ ਨਾਲ ਜਿਹੜਾ ਹੈ ਉਹਨਾਂ ਦਾ ਰਿਜ਼ਲਟ ਹੋਰ ਗਿਰੇਗਾ। ਜੇਕਰ ਆਪਾਂ ਗੱਲ ਕਰੀਏ ਡਾਕਟਰ ਸਾਹਿਬ, ਜਿਹੜਾ ਹੁਣ ਕਰੋਨਾ ਵਾਇਰਸ ਜਿਹੜਾ ਇਸ ਵੇਲੇ ਜਿਹੜਾ ਫੈਲਾਅ ਵਧਿਆ ਹੋਇਆ, ਹਰ ਰੋਜ਼ ਸਾਨੂੰ ਨਵੇਂ ਕੇਸਿਸ ਸੁਣਨ ਨੂੰ ਮਿਲਦੇ ਨੇ। ਹਾਲਾਂਕਿ 31 ਮਈ ਤੱਕ ਜਿਹੜਾ ਲਾਸਟ ਲਾਕਡਾਊਨ ਹਾਲੇ ਤੱਕ ਜਿਹੜਾ ਅਨਾਉਂਸ ਕੀਤਾ ਪਿਆ, ਜਿਹੜਾ ਲਾਕਡਾਊਨ 4.0 ਹੈ। ਜੇਕਰ ਆਪਾਂ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਅਕੈਡਮੀਜ਼ ਨੇ ਇਸ ਕਰੋਨਾ ਦੀ ਮਹਾਮਾਰੀ ਨੂੰ ਝੇਲ ਕੇ, ਇਸ ਤੋਂ ਫਾਈਟ ਕਰਕੇ ਕਦੋਂ ਤੱਕ ਲਾਈਨ 'ਤੇ ਆ ਜਾਣਗੀਆਂ? ਤੇ ਜਦ ਲਾਈਨ 'ਤੇ ਆਉਣਗੀਆਂ ਤੇ ਤੁਸੀਂ ਆਪਣੀ ਅਕੈਡਮੀ ਦੇ ਵਿੱਚ ਖਾਸ ਕਰਕੇ ਕਿਹੜੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਖਾਸ ਤਰੀਕੇ ਨਾਲ ਉਹਨਾਂ ਦਾ ਧਿਆਨ ਰੱਖੋਗੇ? ਦੇਖੋ ਜੀ, ਜਿਹੜਾ ਐਜੂਕੇਸ਼ਨ ਨਾਲ ਜੁੜੇ ਹੋਏ ਲੋਕ ਨੇ ਉਹ ਪਹਿਲਾਂ ਹੀ ਦੇਖੋ, ਐਜੂਕੇਸ਼ਨਿਸਟ ਜਿਹੜੇ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਅਸੀਂ ਤਾਂ ਸਾਡੀ ਕੈਟਾਗਰੀ ਹੈ ਗਾਈਡ ਦੀ, ਅਸੀਂ ਤਾਂ ਗਾਈਡ ਕਰਨਾ ਹੈ। ਤੋ ਨੈਚੁਰਲ ਆ, ਗਾਈਡ ਕਰਨ ਵਾਸਤੇ ਅਸੀਂ ਪਹਿਲਾਂ ਉਹਨੂੰ ਫੋਲੋ ਕਰਾਂਗੇ। ਤੋ ਅਗਰ ਬੱਚਾ ਸਾਡੇ ਕੋਲ ਭੇਜਿਆ, ਗਵਰਨਮੈਂਟ ਅਲਾਓ ਕਰੇ, ਤਾਂ ਅਸੀਂ ਗਵਰਨਮੈਂਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੋਨਾ ਦੇ ਬਚਾਅ ਵਾਸਤੇ ਬੱਚੇ ਨੂੰ ਤਿਆਰ ਕਰ ਸਕਦੇ ਹਾਂ। ਉਹਦੇ ਵਾਸਤੇ ਅਸੀਂ ਉਹਨਾਂ ਨੂੰ ਫੋਲੋ ਕਰਾਵਾਂਗੇ, ਠੀਕ ਹੈ। ਥਰੈਟੀਕਲੀ ਦੱਸਣਾ, ਇੱਕ ਬੱਚੇ ਨੂੰ ਕਹਿਣਾ ਜੀ 5 ਪੁਆਇੰਟ ਪੜ੍ਹ ਲਾ, ਇੱਕ ਉਹਨੂੰ 5 ਪੁਆਇੰਟ ਫੋਲੋ ਕਰਾਉਣੇ, ਉਹ ਡਿਫਰੈਂਟ ਚੀਜ਼ ਹੈ। ਉਹਦੇ ਨਾਲ ਉਹ ਜ਼ਿਆਦਾ ਸਿੱਖਦਾ ਆ। ਫੋਰ ਐਗਜ਼ਾਮਪਲ, ਅਗਰ ਗਵਰਨਮੈਂਟ ਸਾਨੂੰ ਅਲਾਓ ਕਰੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਬੱਚੇ ਨੂੰ ਸੈਨੀਟਾਈਜ਼ ਐਂਟਰੀ ਦੇ ਵਕਤ ਕਰਾਂਗੇ। ਉਹ ਅਗਰ ਸ਼ੂਜ਼ ਜਿਹੜੇ ਹੈ ਅਸੀਂ ਅਲਾਓ ਨਹੀਂ ਕਰਾਂਗੇ, ਸ਼ੂਜ਼ ਦੇ ਨਾਲ ਕਿਉਂਕਿ ਵਾਇਰਸ ਅੰਦਰ ਆਉਂਦਾ ਹੈ, ਉਹਨਾਂ ਦਾ ਹੈਂਡ ਸੈਨੀਟਾਈਜ਼ ਹੋਏਗਾ। ਉਸ ਤੋਂ ਬਾਅਦ ਰੂਮ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਾਲ ਹਰ ਇੱਕ ਨੂੰ 7 ਫੁੱਟ 'ਤੇ ਬਿਠਾਇਆ ਜਾਏਗਾ। ਔਡ ਐਂਡ ਈਵਨ ਰੋਲ ਨੰਬਰ ਦੇ ਨਾਲ ਬੱਚਿਆਂ ਨੂੰ ਬੁਲਾਇਆ ਜਾਏਗਾ। ਇੱਕ ਦਿਨ ਔਡ ਰੋਲ ਨੰਬਰ ਆ ਜਾਏ, ਨੈਕਸਟ ਡੇ ਈਵਨ ਵਾਲੇ ਆ ਜਾਣ। ਇਸ ਤਰ੍ਹਾਂ ਬੱਚੇ ਘੱਟ ਆਉਣਗੇ, ਹਾਫ ਸਟਰੈਂਥ ਆਏਗੀ, ਹਾਫ ਸਟਰੈਂਥ ਨੂੰ ਫਿਰ ਮੈਨੇਜ ਕੀਤਾ ਜਾਏਗਾ।
ਆਫਟਰ ਲੈਕਚਰ ਜੇ ਕਲਾਸ ਇੰਟਰਸ਼ਿਫਟ ਹੁੰਦੀ ਆ ਤਾਂ ਉਹਨਾਂ 'ਚ ਅਸੀਂ 30 ਮਿੰਟਸ ਦਾ ਗੈਪ ਰੱਖਾਂਗੇ ਔਰ ਕਲਾਸ ਨੂੰ ਸੈਨੀਟਾਈਜ਼ ਕਰਾਂਗੇ। ਠੀਕ ਹੈ, ਉਹ ਬੱਚਿਆਂ ਦੀ ਛੁੱਟੀ ਤੋਂ ਬਾਅਦ ਪੂਰਾ ਇੰਸਟੀਚਿਊਟ ਦੁਬਾਰਾ ਤੋਂ ਸੈਨੀਟਾਈਜ਼ ਕੀਤਾ ਜਾਏਗਾ। ਔਰ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਸਿਖਾਵਾਂਗੇ ਕਿ ਘਰ ਜਾ ਕੇ ਉਹ ਫਿਰ ਜਦੋਂ ਇੱਥੇ ਸਿੱਖ ਕੇ ਜਾਣਗੇ ਨਾ, ਉਹ ਘਰ ਵੀ ਜਾ ਕੇ ਇਸ ਚੀਜ਼ ਨੂੰ ਫੋਲੋ ਕਰਨਗੇ। ਘਰ ਦੇ ਅੰਦਰ ਸ਼ੂਜ਼ ਨਹੀਂ ਲੈ ਕੇ ਜਾਣਗੇ, ਬਾਹਰ ਉਤਾਰਨਗੇ, ਘਰ ਵੀ ਸੈਨੀਟਾਈਜ਼ ਕਿੱਦਾਂ ਹੋ ਕੇ ਜਾਣਾ ਹੈ ਉਸ ਤਰ੍ਹਾਂ ਕਰਨਗੇ। ਔਰ ਉਸ ਤੋਂ ਬਾਅਦ ਵੀ ਪੇਰੈਂਟਸ ਨੂੰ ਵੀ ਗਾਈਡ ਕਰਨਗੇ। ਮੇਰੇ ਖਿਆਲ ਦੇ ਵਿੱਚ ਇੱਕ ਨਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਰੋਨਾ ਵਾਰੀਅਰਸ, ਬੱਚੇ ਜਿਹੜੇ ਆ ਕਰੋਨਾ ਵਾਰੀਅਰਸ ਹੈਗੇ ਆ। ਤਾਂ ਉਹਨਾਂ ਨੂੰ ਵਾਰੀਅਰਸ ਨੂੰ ਤਿਆਰ ਕਰਨ ਦੇ ਵਿੱਚ ਜਿਹੜਾ ਹੈ ਅਸੀਂ ਹੈਲਪ ਕਰ ਸਕਦੇ ਹਾਂ, ਲੇਕਿਨ ਉਹਦੇ ਵਾਸਤੇ ਇੰਸਟੀਚਿਊਟਸ ਨੂੰ ਓਪਨ ਕਰਕੇ ਪ੍ਰੈਕਟੀਕਲੀ ਇਸ ਚੀਜ਼ ਨੂੰ ਸਾਨੂੰ ਉਹਨਾਂ ਨੂੰ ਫੋਲੋ ਕਰਵਾਉਣਾ ਪਏਗਾ। ਜਿੱਦਾਂ ਤੁਸੀਂ ਹੁਣ ਗੱਲ ਕੀਤੀ ਥਿਓਰੈਟੀਕਲ ਤੇ ਪ੍ਰੈਕਟੀਕਲ ਨੌਲੇਜ ਦੀ, ਮੈਂ ਇਸ ਪੁਆਇੰਟ ਤੇ ਵੀ ਜ਼ਰੂਰ ਆਉਣਾ ਚਾਹਾਂਗਾ। ਜਿਹੜੀ ਆਨਲਾਈਨ ਸਟੱਡੀ ਹੋ ਰਹੀ ਹੈ ਖਾਸ ਕਰਕੇ, ਉਹ ਸਾਰੀ ਭਾਵੇਂ ਉਹਨਾਂ ਕੋਲ ਟੈਕਨੀਕਲ ਦਿੱਕਤਾਂ ਆ ਰਹੀਆਂ ਨੇ, ਪਰ ਜੇਕਰ ਆਪਾਂ ਗੱਲ ਕਰੀਏ ਆਨਲਾਈਨ ਸਟੱਡੀਜ਼ ਦੀ, ਆਨਲਾਈਨ ਸਟੱਡੀਜ਼ ਦੇ ਵਿੱਚ ਥਿਓਰੈਟੀਕਲ ਨੌਲੇਜ ਜਿਹੜੀ ਉਹ ਜ਼ਿਆਦਾ ਦਿੱਤੀ ਜਾ ਸਕਦੀ ਹੈ। ਪਰ ਜੇਕਰ ਆਪਾਂ ਗੱਲ ਕਰੀਏ ਜਿਹੜੇ ਮੈਡੀਕਲ ਦੇ ਸਟੂਡੈਂਟਸ ਨੇ ਜਾਂ ਨਾਨ ਮੈਡੀਕਲ ਦੇ ਸਟੂਡੈਂਟਸ ਨੇ, ਉਹਨਾਂ ਦੇ ਲਈ ਪ੍ਰੈਕਟੀਕਲ ਵਰਕ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਆਨਲਾਈਨ ਸਟੱਡੀ ਥਿਓਰੈਟੀਕਲ ਹੋ ਰਹੀ ਹੈ, ਕਿਤੇ ਨਾ ਕਿਤੇ ਜਿਹੜੀ ਪ੍ਰੈਕਟੀਕਲ ਨੌਲੇਜ ਹੈ ਉਹਦੇ ਵਿੱਚ ਘਾਟਾ ਪਾ ਰਹੀ ਹੈ, ਤੇ ਉਸ ਦਾ ਵੀ ਬੱਚੇ ਦਾ ਇੱਕ ਨੁਕਸਾਨ ਹੋ ਰਿਹਾ, ਕਿਉਂਕਿ ਜਦੋਂ ਥਿਊਰੀ ਐਗਜ਼ਾਮਸ ਹੋਣੇ ਨੇ ਉਸ ਤੋਂ ਬਾਅਦ ਪ੍ਰੈਕਟੀਕਲਸ ਵੀ ਬੱਚੇ ਨੂੰ ਕਰਨੇ ਪੈਣਗੇ। ਇਹਦੇ ਵਿੱਚ ਦੇਖੋ ਜੀ, ਆਨਲਾਈਨ ਪ੍ਰੈਕਟੀਕਲਸ ਜਿਹੜੇ ਹੈ ਉਹ ਅਸੀਂ ਦਿਖਾ ਸਕਦੇ ਹਾਂ। ਮੈਂ ਪਹਿਲੇ ਕਿਹਾ ਹੈ ਦੇਖਣਾ ਔਰ ਕਰਨਾ, ਉਹਦੇ 'ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਠੀਕ ਹੈ ਜੀ, ਇੱਕ ਹੈ ਵੀਡੀਓ ਮੈਮਰੀ, ਇੱਕ ਹੈ ਕਾਇਨਾਸਟੈਟਿਕ ਮੈਮਰੀ। ਕਾਇਨਾਸਟੈਟਿਕ ਮੈਮਰੀ ਦਾ ਮਤਲਬ ਹੈ ਕਿ ਤੁਸੀਂ ਕਰਕੇ ਚੀਜ਼ ਨੂੰ ਕੀਤਾ ਹੈ, ਉਹਨੂੰ ਉਹ ਭੁੱਲਣੀ ਨਹੀਂ ਹੈ। ਕਾਇਨਾਸਟੈਟਿਕ ਅਗਰ ਤੁਸੀਂ ਸਰਵੇ ਕਰੋਗੇ ਨੈਟ ਦੇ ਉੱਤੇ, ਕਾਇਨਾਸਟੈਟਿਕ ਮੈਮਰੀ ਜਿਹੜੀ ਹੈ ਉਹਦੀ ਏਜ 2 ਤੋਂ 3 ਮਹੀਨੇ ਹੁੰਦੀ ਹੈ। ਜੋ ਚੀਜ਼ ਤੁਸੀਂ ਕਰ ਲਈ ਉਹਨੂੰ 3-4 ਮਹੀਨੇ ਨਹੀਂ ਭੁੱਲ ਸਕਦੇ। ਜੇ ਤੁਸੀਂ ਦੇਖ ਵੀ ਲਈਏ ਤਾਂ ਉਹਦੀ ਏਜ ਜਿਹੜੀ ਆ ਤੁਹਾਡੀ 2 ਤੋਂ 3 ਦਿਨ ਹੁੰਦੀ ਆ। ਤਾਂ ਅਸੀਂ ਇਸੇ ਕਰਕੇ ਪ੍ਰੈਕਟੀਕਲਸ ਨੂੰ ਕਹਿੰਦੇ ਹਾਂ ਬੱਚੇ ਨੂੰ ਕਰਕੇ ਦੇਖੋ। ਤਾਂ ਆਨਲਾਈਨ ਤਾਂ ਕਰ ਨਹੀਂ ਸਕਦਾ, ਕਿਉਂਕਿ ਲੈਬਸ ਤਾਂ ਜਿਹੜਾ ਹੈ ਇੰਸਟੀਚਿਊਟ ਦੇ ਅੰਦਰ ਹੀ ਅਵੇਲੇਬਲ ਹੈ, ਤਾਂ ਸਕੂਲਸ ਦੇ ਅੰਦਰ ਹੀ ਅਵੇਲੇਬਲ ਹੈ। ਤਾਂ ਉਹ ਤਾਂ ਆਉਣਾ ਹੀ ਪਏਗਾ, ਕਰਕੇ ਦੇਖਣਾ ਪਏਗਾ। ਤਾਂ ਪ੍ਰੈਕਟੀਕਲਸ ਦਾ ਤਾਂ ਤੁਸੀਂ ਕਹਿ ਲਓ ਕਿ ਬਿਲਕੁਲ ਹੀ ਭੁੱਲ ਹੀ ਜਾਓ ਕਿ ਉਹਦਾ ਬੱਚੇ ਨੂੰ ਕੋਈ ਫਾਇਦਾ ਹੋਣ ਵਾਲਾ ਆਨਲਾਈਨ। ਸੈਕਿੰਡ ਥਿੰਗ ਆ ਕਿ ਆਨਲਾਈਨ ਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਇਹ ਹੈ ਕਿ ਮੋਨੀਟਰਿੰਗ। ਕਲਾਸ ਦੇ ਵਿੱਚ ਜਿਹੜੀ ਹੈ ਉਹ ਬੱਚੇ ਦੀ ਪੂਰੀ ਮੋਨੀਟਰਿੰਗ ਹੋ ਜਾਂਦੀ ਹੈ ਕਿ ਬੱਚਾ ਜਿਹੜਾ ਹੈ ਮੋਨੀਟਰ ਹੁੰਦਾ ਹੈ ਕਿ ਉਹਨੇ ਕੰਮ ਕੀਤਾ ਹੈ ਜਾਂ ਨਹੀਂ ਕੀਤਾ ਹੈ। ਬਿਲਕੁਲ ਜੀ ਬਿਲਕੁਲ, ਬੱਚਾ ਕਲਾਸ ਦੇ ਵਿੱਚ ਖੜਾ ਕਰਕੇ ਉਹਨੂੰ ਪੁੱਛਿਆ ਵੀ ਜਾ ਸਕਦਾ ਵੀ ਤੂੰ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ। ਆਨਲਾਈਨ ਦੇ ਵਿੱਚ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਉਹ ਬੱਚੇ ਦੇ ਨਾਲ ਜਿਹੜਾ ਹੈ ਇੰਨਾ ਇੰਟਰੈਕਸ਼ਨ ਦਾ ਮੌਕਾ ਨਹੀਂ ਮਿਲਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਜਿਹੜਾ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਹੈ, ਇਹਦੇ ਵਿੱਚ ਮੈਂ ਇੰਨੇ ਟਾਈਮ ਦੇ ਵਿੱਚ ਮੈਂ ਮੈਨੇਜ ਕਰਨਾ ਹੈ ਸਾਰਾ ਕੁਝ। ਸੈਕਿੰਡ ਥਿੰਗ ਇਜ਼ ਕਿ ਬੱਚੇ ਨੇ ਜੋ ਰੈਸੀਪ੍ਰੋਕੇਟ ਕਰਨਾ ਹੈ ਤੁਹਾਨੂੰ, ਉਹਦੇ ਵਿੱਚ ਕੀ ਹੈ ਬੜਾ ਟਾਈਮ ਪੀਰੀਅਡ ਲੱਗਦਾ ਹੈ। ਮੰਨ ਲਓ ਇੱਕ ਅਸਾਈਨਮੈਂਟ ਦਿੱਤੀ ਹੈ, ਤੁਸੀਂ ਕਲਾਸ ਦੇ ਵਿੱਚ ਅਸਾਈਨਮੈਂਟ ਉਸੇ ਵੇਲੇ ਡਿਸਟਰੀਬਿਊਟ ਕੀਤੀ ਐਂਡ ਯੂ ਗੇਵ ਦੈਮ 20 ਮਿੰਟਸ। ਆਨਲਾਈਨ ਦੇ ਵਿੱਚ ਤੁਹਾਨੂੰ ਦਿੱਕਤ ਕੀ ਅੱਜ ਕਿ ਤੁਸੀਂ ਅਸਾਈਨਮੈਂਟ ਪੋਸਟ ਕਰ ਦਿੱਤੀ ਹੈ ਔਰ ਉਸ ਤੋਂ ਬਾਅਦ ਤੁਸੀਂ ਬੱਚੇ ਦੇ ਉੱਤੇ ਛੱਡ ਦਿੱਤਾ ਕਿ ਬੇਟਾ ਇਸਕੋ ਸੋਲਵ ਕਰਕੇ ਕੱਲ ਤੱਕ ਦੇਣਾ। ਠੀਕ ਹੈ ਜੀ, ਇੱਕ ਤਾਂ ਪਹਿਲਾਂ ਹੀ 20 ਮਿੰਟ ਨੂੰ ਤੁਸੀਂ ਕੱਲ ਤੱਕ ਪਹੁੰਚਾ ਦਿੱਤਾ ਹੈ। ਸੈਕਿੰਡ ਥਿੰਗ ਇਜ਼ ਕਿ ਉਸ ਤੋਂ ਬਾਅਦ ਕਿੰਨੇ ਬੱਚਿਆਂ ਨੇ ਵਾਪਿਸ ਕੀਤਾ। ਠੀਕ ਹੈ ਜੀ, ਔਨ ਦਾ ਸਪੋਟ ਤੁਹਾਨੂੰ ਬੱਚੇ ਦੇ ਅੰਦਰ ਥੋੜ੍ਹਾ ਡਰ ਹੁੰਦਾ ਟੀਚਰ ਦਾ ਕਿ ਭਾਈ ਸਾਹਿਬ 25 ਮਿੰਟ ਹੈਗੇ ਆ, ਮੈਂ ਕਰਕੇ ਦੇਣਾ, ਹੁਣ ਹੀ ਤਾਂ ਸਰ ਨੂੰ ਪਤਾ ਲੱਗ। ਉਹਦੇ 'ਚ ਡਰ ਨਹੀਂ ਹੈ, ਉਹਦੇ 'ਚ ਰੈਸੀਪ੍ਰੋਕੇਸ਼ਨ ਜਿਹੜੀ ਆ ਉਹ ਘੱਟ ਚੁੱਕੀ ਆ। ਤਾਂ ਇਹ ਦਿੱਕਤਾਂ ਪ੍ਰੈਕਟੀਕਲ ਦਿੱਕਤਾਂ ਆ ਜਿਹਦੇ ਨਾਲ ਮੈਮਰੀ ਇਫੈਕਟ ਕਰਦੇ। ਉਹ ਮੈਮਰੀ ਤਾਂ ਕਰਨ ਨਾਲ ਹੀ ਹੋਏਗੀ ਨਾ, ਲਰਨਿੰਗ ਬਾਈ ਡੂਇੰਗ ਹੈ। ਠੀਕ ਹੈ ਜੀ, ਆਨਲਾਈਨ ਇਜ਼ ਓਨਲੀ ਹੀਅਰਿੰਗ, ਉਹ ਸੁਣ ਰਿਹਾ ਹੈ ਔਰ ਹੀਅਰਿੰਗ ਕੰਟਰੀਬਿਊਟਸ ਓਨਲੀ 11% ਟੂ ਆਵਰ ਮੈਮਰੀ, ਡੂਇੰਗ ਕੰਟਰੀਬਿਊਟਸ 89% ਟੂ ਆਵਰ, ਹੈ ਨਾ। ਤਾਂ ਇਸ ਕਰਕੇ ਡੂਇੰਗ ਵਾਲਾ ਪੋਰਸ਼ਨ ਤਾਂ ਬੱਚੇ ਦੇ ਹੁਣ ਉਹਦੇ ਵਿਵੇਕ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਭਾਈ ਸਾਹਿਬ ਮੈਂ ਕਰਵਾਤਾ ਹੈ, ਤੇਰੀ ਮਰਜ਼ੀ ਹੈ, ਤੂੰ ਕਰਨਾ ਕਰ। ਇੱਥੇ ਹੱਥ ਫੜ ਕੇ ਕਰਵਾਉਂਦੇ ਸੀ। ਜੇਕਰ ਗੱਲ ਕੀਤੀ ਜਾਵੇ ਡਾਕਟਰ ਸਾਹਿਬ, ਹੁਣ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ, ਚਲੋ ਬੱਚਿਆਂ ਦੀ ਜਿਹੜੀ ਸਟੱਡੀ ਦਾ ਨੁਕਸਾਨ ਹੋਇਆ, ਉੱਦਾਂ ਵੀ ਜਿਹੜੇ ਨੁਕਸਾਨ ਹੋਏ ਨੇ, ਤੁਹਾਨੂੰ ਕੀ ਲੱਗਦਾ ਸਰਕਾਰ ਕੋਲ ਤੁਹਾਡੀ ਜਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਉਹ ਪਹੁੰਚਣੀਆਂ ਚਾਹੀਦੀਆਂ ਨੇ? ਤੁਸੀਂ ਪਰਸਨਲੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਤੁਹਾਡੇ ਇੰਸਟੀਟਿਊਸ਼ਨ ਨੂੰ ਜਾਂ ਹੋਰ ਵੀ ਜਿਹੜੇ ਇੰਸਟੀਟਿਊਸ਼ਨਸ ਇਸ ਵੇਲੇ ਕੰਮ ਕਰ ਰਹੇ ਨੇ, ਖਾਸ ਕਰਕੇ ਜਿਹੜੇ ਬੱਚਿਆਂ ਨੂੰ ਕੰਪੀਟੀਟਿਵ ਐਗਜ਼ਾਮਸ ਵੀ ਤਿਆਰ ਕਰਾਉਂਦੇ ਨੇ, ਉਹਨਾਂ ਨੂੰ ਉਸ ਚੀਜ਼ ਦਾ ਫਾਇਦਾ ਹੋਵੇ? ਦੇਖੋ, ਗਵਰਨਮੈਂਟ ਨੂੰ ਚਾਹੀਦਾ ਹੈ ਕਿ ਵਿਸ਼ਵਾਸ ਸਾਡੇ 'ਤੇ ਕਰਨ। ਅਸੀਂ ਗਵਰਨਮੈਂਟ ਨੂੰ ਜੋ ਹੈ ਉਹ ਪੂਰਾ ਵਿਸ਼ਵਾਸ ਦਿੰਦੇ ਹਾਂ ਕਿ ਅਸੀਂ ਗਾਈਡਲਾਈਨਸ ਨੂੰ ਪੂਰੀ ਤਰ੍ਹਾਂ ਫੋਲੋ ਕਰਾਂਗੇ ਔਰ ਫੋਲੋ ਕਰਵਾਵਾਂਗੇ ਵੀ। ਠੀਕ ਹੈ, ਔਰ ਉਲਟਾ ਅਸੀਂ ਸਮਾਜ ਦੇ ਵਿੱਚ ਬੱਚਿਆਂ ਨੂੰ ਤਿਆਰ ਕਰ ਦੇਵਾਂਗੇ ਵਿਦਿਨ ਡੇਜ਼,
ਤਾਂ ਕਿ ਤੁਹਾਡੀਆਂ ਜਿੰਨੀਆਂ ਵੀ ਗਾਈਡਲਾਈਨਸ ਆ ਉਹ ਪ੍ਰੈਕਟੀਕਲੀ ਜਿਹੜੀਆਂ ਹੈ, ਹੁਣ ਤੁਸੀਂ ਦੇਖ ਲਓ ਲੋਕਡਾਊਨ ਕਰ ਦਿੱਤਾ, ਇੱਕ ਐਗਜ਼ਾਮਪਲ ਲਈਏ, ਤੁਸੀਂ ਬਾਹਰ ਚਲੇ ਜਾਓ, ਨਾ ਸੋਸ਼ਲ ਡਿਸਟੈਂਸਿੰਗ ਫੋਲੋ ਹੋ ਰਹੀ ਹੈ, ਨਾ ਲੋਕ ਮਾਸਕ ਪਾ ਰਹੇ ਆ, ਠੀਕ ਹੈ ਜੀ। ਇਸ ਤਰ੍ਹਾਂ ਲੱਗਦਾ ਹੈ ਮੇਲਾ ਲਗਾ ਲਿਆ ਹੈ ਕਰੋਨਾ ਦਾ, ਕੋਈ ਬਾਹਰ ਨਿਕਲੋ ਤਾਂ ਕੋਈ ਤੁਹਾਨੂੰ ਡਰ ਨਹੀਂ ਲੱਗ ਰਿਹਾ। ਤੋ ਇਹ ਜਿਹੜੀ ਚੀਜ਼ ਹੈ ਇਹ ਬੱਚਿਆਂ ਦੇ ਥਰੂ उन्हें तक पेरेंट्स तक फिर तो मैसेज कि हमारे स्कूल, हमारे इंस्टीट्यूट में, हमारे स्कूल में ये बताया गया है, ठीक है, और बच्चे मनवाते ने पेरेंट्स तो, ठीक है जी, और फ़र्क आएगा, ठीक है जी। बच्चों को वाकया ही वारियर्स बनाना पैना है, ताकि बच्चे अगर दो पेरेंट्स जा भी रहे हैं तो बच्चे को पता हो कि एक ने जाना है, तो बच्चा खड़ा होकर कहेगा हमारे इंस्टीट्यूट में, हमारे स्कूल में बताया गया था एक ने जाना है। तो पहली चीज़ ये है कि सानू विश्वास साढ़े ते कीता जाए, असी तुहानू प्रैक्टिकली जो है वारियर्स तैयार करके देवांगे। सैकेंड थिंग इज़ कि देखो तुसी कह रहे हो कि फ़ी दे रिलेटेड मैं एक कहना चाहूँगा कि तुहानू जो गाइडलाइंस देनियां चाहिए पेरेंट्स नू, वो ये देनियां चाहिए कि तुसी अपनी एडमिशनस जो है, रजिस्ट्रेशनस जो है वो उत्थे करवाओ, ठीक है जी। और हाँ, अगर किसी को प्रॉब्लम है तो ये स्कूल या मैनेजमेंट डिसाइड कर लेगी कि हाँ जी असी उहदे नाल किस तरह करना, डील करना है। सैकेंड थिंग इज़ कि तुसी फोकस करो, अगर तुसी लॉकडाउन नूं एक्सटेंड करना है तो क्लीयर कट इंस्ट्रक्शनस जिहड़े हैं ये नैटवर्क जिहड़ा प्रोवाइड करदे कंपनीज़ नूं दो कि भाई साहब तुहाडी नैट स्पीड जिहड़ी है इस दे विच मैक्सीमम देनी शुरू करो। सैकेंड, क्लीयर कट इंस्ट्रक्शनस इलैक्ट्रिसिटी डिपार्टमेंट में जानी चाहिए है कि सवेरे 9 बजे तो लैके 2 बजे तक कोई भी इलैक्ट्रिसिटी कट नहीं लगना चाहिए, ताजो बच्चों की पढ़ाई कोई इफैक्ट ना आए। और जिहड़ी बैंडविड्थ हैगी आ वो पिंडां दे विच खास कर, क्योंकि हुशियारपुर है तो 324 पिंड लगते हैं, तो ज़्यादातर बच्चे पिंडां दे ने, पिंडां दे विच भी जिहड़ी है नैटविड्थ तुहाडी जिहड़ी है बैंडविड्थ है वो ज़्यादा होनी चाहिए आ, ताकि बच्चे जिहड़े है उन्हां क्लासिस नूं जिहड़ा है वो अगर ऑनलाइन चलता है, अगर सानू तुसी ऑफलाइन करते हो तो असीं पूरी सोशल डिस्टेंसिंग नूं जो नॉर्म्स नूं फॉलो करते हुए बच्चों नूं जिहड़ा है गाइड करांगे। रिगार्डिंग जिहड़े तुसी IIT दे एग्जाम्स रख दिते आ और नीट दे एग्जाम रखे आ, नैचुरल उन्हां तो बिना तो अगली क्लास च बच्चे जा ही नहीं सकते, तो तुसी जल्द तो जल्द जिहड़े 3 पेपर +2 दे हैगे आ और प्रैक्टिकल्स है, ठीक है, प्रैक्टिकल्स बारे इंस्ट्रक्शंस नहीं आईयां, फटाफट इंस्ट्रक्शंस जो है तुसी जारी करो कि प्रैक्टिकल्स करवाने हैं या नहीं करवाने, ताकि बच्चे टाइम ना वेस्ट करन, उन्होंने पता है कि 3 पेपर हैगे आ ना, और सानू भी क्लीयर कट पता होवे कि असी जिहड़ा है किस तरह टाइम टेबल इन्हां दा तैयार करवाना है, इन्हां नूं सैट करवाना है। तो ये गवर्नमेंट जिहड़ा है कन्फ्यूजन ना रखे रिगार्डिंग स्टूडेंट्स दी स्टडी नूं, स्टूडेंट की स्टडी नूं लैके उदा तुसी मार्केट दे विच जो तुसी अपना बयान देना दो, लेकिन रिगार्डिंग एजुकेशन तुहाडीआं इंस्ट्रक्शनस क्लीयर होणीआं चाहीदियां आ, ਉਹਦੇ 'ਚ स्टूडेंट्स ਨੂੰ ਜਿਹੜਾ ਹੈ पता होना चाहिए, क्योंकि ਇਹ ਸਾਰਾ कुछ टाइम टेबल ਨਾਲ ਚੱਲਣਾ है, ਸਾਨੂੰ पता होना चाहिए है। अगर ਸਾਨੂੰ ਪਹਿਲਾਂ पता ਹੁੰਦਾ कि 2 ਮਹੀਨੇ ਚੱਲਣਾ है तो ਸਾਡੀਆਂ ऑनलाइन क्लासेस ਜਿਹੜੀਆਂ 15-20 दिन लेट शुरू ਹੋਈਆਂ ਉਹ ਪਹਿਲਾਂ शुरू हो ਸਕਦੀਆਂ ਸੀ, ठीक है जी, ਉਹ 20 दिन भी बचाए जा सकते ਸੀਗੇ, राइट। और इस चीज़ ਦੇ ਉੱਤੇ ਆਪਾਂ वर्क करिए ਸਾਰੇ मिल के, और जो देश ਦਾ ਭਵਿੱਖ है, ठीक है, ये बच्चे, ठीक है, इन्हां नूं असी जिहड़ा है संभालीए, ताकि इस करोना महामारी दे चलदे होए किते ये अपना जिहड़ा है विकास ब्रेन दा, ठीक है जी, वो ना किते रुकवा लैण। बहुत बहुत धन्यवाद डॉक्टर साहब, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਜਿਹੜੀਆਂ ਪ੍ਰੋਬਲਮ ਬੱਚਿਆਂ ਨੂੰ ਆਈਆਂ, ਜਿਹੜੀਆਂ ਪ੍ਰੋਬਲਮ ਇੰਸਟੀਟਿਊਸ਼ਨਸ ਨੂੰ ਆਈਆਂ, ਤੇ ਜੋ ਤੁਸੀਂ ਮੰਗਾਂ ਰੱਖੀਆਂ ਗਵਰਨਮੈਂਟ ਤੋਂ, ਉਮੀਦ ਕਰਦੇ ਹਾਂ ਕਿ ਜ਼ਰੂਰ ਜਿਹੜਾ ਹੈ ਉਹ ਸਰਕਾਰ ਤੱਕ ਪਹੁੰਚਣਗੀਆਂ। ਤੇ ਬਹੁਤ ਬਹੁਤ ਧੰਨਵਾਦ ਜੀ, ਦੈਨਿਕ ਸਵੇਰਾ ਨਾਲ ਗੱਲ ਕਰਨ ਲਈ। ਸੋ ਇਹ ਸਨ ਸਾਡੇ ਨਾਲ ਡਾਕਟਰ ਆਸ਼ੀਸ਼ ਸਰੀਨ, MD ਆਫ ਹਿਜ਼ ਅਕੈਡਮੀ ਹੁਸ਼ਿਆਰਪੁਰ, ਜਿਨ੍ਹਾਂ ਨੇ ਬੱਚਿਆਂ ਨੂੰ ਜਿਹੜੀਆਂ ਦਿੱਕਤਾਂ ਇਸ ਲੋਕਡਾਊਨ ਦੇ ਦੌਰਾਨ ਜਾਂ ਕਰਫਿਊ ਦੇ ਦੌਰਾਨ ਆਈਆਂ ਉਹ ਸਾਡੇ ਨਾਲ ਡਿਸਕਸ ਕੀਤੀਆਂ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਸਰਕਾਰ ਜਿਹੜੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਪਰਟੀਕੂਲਰ ਹੋ ਜਾਣ, ਕਲੈਰੀਫਾਈ ਹੋ ਜਾਣ ਐਜੂਕੇਸ਼ਨ ਡਿਪਾਰਟਮੈਂਟ ਨੂੰ ਲੈ ਕੇ, ਤਾਂ ਕਿ ਇਨ ਫਿਊਚਰ ਜਿਹੜਾ ਹੈ ਬੱਚੇ ਨੂੰ ਕਿਸੇ ਤਰੀਕੇ ਦੀ ਕਨਫਿਊਜ਼ਨ ਨਾ ਰਹੇ ਕਿ ਉਹਨਾਂ ਨੇ ਐਗਜ਼ਾਮਸ ਕਦੋਂ ਦੇਣੇ, ਜਾਂ ਜਿਹੜੇ ਐਗਜ਼ਾਮਸ ਹੋਣੇ ਨੇ ਉਹ ਕਿਸ ਤਰੀਕੇ ਨਾਲ ਹੋਣਗੇ, ਪ੍ਰੈਕਟੀਕਲਸ ਹੋਣਗੇ ਨਹੀਂ ਹੋਣਗੇ। ਉਹਦੇ ਲਈ ਸਰਕਾਰ ਨੂੰ ਜਿਹੜਾ
ਜਿਹੜਾ ਹੈ ਕਲੀਅਰ ਨੋਟੀਫਿਕੇਸ਼ਨਸ ਜਾਰੀਆਂ ਕਰਨੀਆਂ ਚਾਹੀਦੀਆਂ ਨੇ। ਕੈਮਰਾ ਪਰਸਨ ਸੁਖਵਿੰਦਰ ਸਿੱਧੂ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।